ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਕਾਫੀ ਦਿਨਾਂ ਤੋਂ ਬੇਟੇ ਬਹੁਤ ਸਾਰੇ ਬੱਚਿਆਂ ਦੀ ਰਿਕੁਐਸਟ ਆ ਰਹੀ ਸੀਗੀ ਰਿਗਾਰਡਿੰਗ ਜਿਹੜਾ ਆਪਣਾ ਐਗਜ਼ਾਮ ਹੋਇਆ ਹੈ ਪੰਜਾਬ ਹਰਿਆਣਾ ਐਂਡ ਹਾਈ ਕੋਰਟ ਚੰਡੀਗੜ੍ਹ ਤੇ ਇਹਦਾ ਰਿਟਨ ਟੈਸਟ ਹੋ ਚੁੱਕਿਆ ਬੇਟੇ। ਹੁਣ ਫੇਜ਼ 2 ਦੇ ਵਿੱਚ ਕੀ ਹੋਣਾ ਹੈ ਤੇ ਉਹਦੇ ਵਿੱਚ ਥੋੜਾ ਬਹੁਤਾ ਆਪਣਾ ਐਕਸਲ ਦਾ ਆਉਣਾ ਹੈ ਤੇ ਉਹਦੇ ਰਿਗਾਰਡਿੰਗ ਬੱਚੇ ਬਹੁਤ ਚਿੰਤਾ ਦੇ ਵਿੱਚ ਸੀਗੇ। ਕਾਫੀ ਸਾਰੇ ਬੱਚਿਆਂ ਨੇ ਮੈਸੇਜ ਕੀਤੇ ਕਿ ਸਰ ਕੋਈ ਪੇਡ ਕੋਰਸ ਲਾਂਚ ਕਰ ਦਿਓ, ਕੋਈ ਕ੍ਰੈਸ਼ ਕੋਰਸ ਲਾਂਚ ਕਰ ਦਿਓ। ਤਾਂ ਚਿੰਤਾ ਨਾ ਕਰੋ ਬੇਟੇ, 100% ਤਿਆਰੀ ਕਰਵਾਉਂਗਾ ਤੁਹਾਨੂੰ ਔਰ ਕੋਈ ਜ਼ਿਆਦਾ ਡਰਨ ਦੀ ਜ਼ਰੂਰਤ ਨਹੀਂ ਹੈਗੀ। ਸਿਰਫ 3-4 ਦਿਨ ਦਾ ਕੰਮ ਹੈ, 3-4 ਘੰਟਿਆਂ ਦੇ ਵਿੱਚ ਆਪਾਂ ਐਕਸਪਰਟ ਹੋ ਜਾਾਂਗੇ। 10 ਨੰਬਰ ਦਾ ਤੁਹਾਨੂੰ ਆਉਣਾ। ਮੈਂ ਦੱਸਦਾ ਵੀ ਕੀ ਕੁਝ ਪੁੱਛਿਆ ਜਾਊਗਾ, ਤਿਆਰੀ ਕਿਵੇਂ ਕਰਨੀ ਹੈ ਬੇਟੇ। ਅੱਜ ਕਲਾਸ ਰਿਕਾਰਡਡ ਲੱਗ ਰਹੀ ਹੈ, ਥੋੜਾ ਜਿਹਾ ਰੇਂਜ ਦੀ ਪ੍ਰੋਬਲਮ ਸੀਗੀ। ਕੱਲ ਤੋਂ ਕਲਾਸ ਆਪਾਂ ਲਾਈਵ ਲਾ ਲਾਂਗੇ। ਅੱਜ ਦੀ ਕਲਾਸ ਲਗਾਉਣ ਤੋਂ ਬਾਅਦ ਤੁਹਾਨੂੰ ਘੱਟੋ ਘੱਟ 50% ਤੁਹਾਡੇ 'ਚ ਕੌਨਫੀਡੈਂਸ ਬਿਲਡ ਹੋ ਜਾਏਗਾ। ਤੁਸੀਂ ਆਰਾਮ ਦੇ ਨਾਲ ਨੰਬਰ ਲੈ ਸਕਦੇ ਹੋ, ਉਹਨੂੰ ਆਰਾਮ ਨਾਲ ਕੁਆਲੀਫਾਈ ਕਰ ਸਕਦੇ ਹੋ। ਤਾਂ ਕਰਨਾ ਕੁਛ ਵੀ ਨਹੀਂ ਹੈਗਾ, ਤੁਹਾਡਾ ਕੰਮ ਕੀ ਹੈ ਬੇਟੇ, ਜਸਟ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਤੱਕ ਇਹ ਪਹੁੰਚ ਸਕੇ। ਦੂਜਾ, ਜਿਹੜੇ ਬੱਚੇ ਚੈਨਲ ਤੇ ਨਵੇਂ ਹੈਗੇ ਬੇਟੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ, ਬੈਲ ਆਈਕਨ ਨੂੰ ਨੱਪ ਲਿਆ ਕਰੋ। ਫਿਰ ਬੱਚੇ ਕਈ ਵਾਰ ਪੁੱਛਦੇ ਆ ਸਰ ਜੀ ਕਲਾਸ ਨਹੀਂ ਮਿਲੀ। ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪਾ ਦਿੰਦਾ ਹੈ ਆਪਣੇ ਅਫੀਸ਼ੀਅਲ ਟੈਲੀਗ੍ਰਾਮ ਚੈਨਲ ਦਾ, ਉਹ ਵੀ ਜਰੂਰ ਜੁਆਇਨ ਕਰ ਲਓ। ਉਹਦੇ ਨਾਲ ਕੀ ਹੈ ਕਿ ਜੋ ਵੀ ਕੋਈ ਅਪਡੇਟ ਹੁੰਦੀ ਹੈ ਜਾਂ ਤੁਹਾਨੂੰ ਮੈਂ ਕੋਈ ਟੈਸਟ ਵਗੈਰਾ ਦਊਂਗਾ ਰਿਗਾਰਡਿੰਗ ਹਰਿਆਣਾ ਹਾਈ ਐਂਡ ਕੋਰਟ, ਜੋ ਵੀ ਐਕਸਲ ਦਾ ਹੋਊਗਾ ਤੁਸੀਂ ਉੱਥੇ ਸੋਲਵ ਕਰਨਾ ਹੈ। ਤਾਂ ਸਟਾਰਟ ਕਰਦੇ ਬੇਟੇ। ਅੱਜ ਆਪਾਂ ਦੇਖਦੇ ਹਾਂ, ਪਹਿਲਾਂ ਤਾਂ ਦੇਖੋ ਸਮਝਣ ਦੀ ਜ਼ਰੂਰਤ ਇਹ ਹੈਗੀ ਹੈ ਕਿ ਇਸ ਟੈਸਟ ਦੇ ਵਿੱਚ ਪੁੱਛਿਆ ਕੀ ਜਾਊਗਾ ਐਕਚੁਅਲ ਦੇ ਵਿੱਚ। ਕਈ ਬੱਚਿਆਂ ਨੂੰ ਤਾਂ ਇਹ ਕਲੀਅਰ ਨਹੀਂ ਹੈਗਾ, ਤਾਂ ਆਪਾਂ ਪਹਿਲਾਂ ਉਹਦੇ ਬਾਰੇ ਜਾਣਕਾਰੀ ਲੈਣੇ ਆ ਬੇਟੇ। ਇਸ ਟੈਸਟ ਦੇ ਵਿੱਚ ਇਹਨੂੰ ਬੋਲਦੇ ਆ ਜੀ ਕੰਪਿਊਟਰ ਪ੍ਰੋਫੈਂਸੀ ਟੈਸਟ। ਪ੍ਰੋਫੈਂਸੀ ਦਾ ਮਤਲਬ ਹੁੰਦਾ ਹੈ ਵੀ ਮਹਾਰਤ, ਤੁਸੀਂ ਕਿੰਨੇ ਕੁ ਐਕਸਪਰਟ ਹੋ ਕੰਪਿਊਟਰ ਚਲਾਉਣ ਦੇ ਵਿੱਚ। ਵੈਸੇ ਤੁਹਾਨੂੰ ਸੱਚ ਦੱਸਾਂ, ਕੋਰਟਾਂ ਦੇ ਵਿੱਚ ਕਦੇ ਵੀ ਕੰਪਿਊਟਰ ਤੁਹਾਨੂੰ ਮਿਲੂਗਾ ਨਹੀਂ। ਹਾਂ, ਕਿਸੇ ਚੰਗੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਪੋਸਟਿੰਗ ਹੋਗੀ, ਤੁਹਾਨੂੰ ਕੰਪਿਊਟਰ ਚਲਾਉਣ ਨੂੰ ਮਿਲ ਸਕਦਾ, ਅਦਰਵਾਈਜ਼ ਕੰਪਿਊਟਰ ਦਾ ਕੋਈ ਕੰਮ ਨਹੀਂ ਹੈਗਾ ਉੱਥੇ। ਕਿਉਂਕਿ ਮੇਰੇ ਬਹੁਤ ਸਾਰੇ ਸਟੂਡੈਂਟ ਤੇ ਮੇਰਾ ਕਜ਼ਨ ਵੀ ਜੌਬ ਕਰ ਰਿਹਾ ਆਲਰੇਡੀ। ਬਟ ਹਾਂ, ਹੁਣ ਥੋੜੇ ਬਹੁਤੇ ਕੰਪਿਊਟਰ ਉਹਨਾਂ ਨੇ ਦੇਤੇ ਹੈ। ਠੀਕ ਹੈ, ਤਾਂ ਹੁਣ ਕਰਨਾ ਕੀ ਹੈ ਬੇਟੇ, ਦੇ ਵਿੱਚ ਟੈਸਟ ਤੁਹਾਡਾ ਹੋ ਚੁੱਕਿਆ ਹੋਊਗਾ। ਹੁਣ ਦੇਖਦੇ ਹਾਂ ਆਪਾਂ ਜਿਹੜਾ ਪੇਪਰ 2 ਹੈ ਕਹਿ ਲਓ ਜਾਂ ਫੇਜ਼ 2 ਹੈ, ਉਹਦੇ ਵਿੱਚ ਹੋਊਗਾ ਕੀ। ਇੱਕ ਵਾਰੀ ਜਰੂਰ ਪੜ੍ਹ ਲਿਓ ਬੇਟਾ, ਕਈ ਬੱਚਿਆਂ ਨੂੰ ਪਤਾ ਹੋਊਗਾ, ਜਿਹਨੂੰ ਨਹੀਂ ਪਤਾ ਪੜ੍ਹ ਲਿਓ। ਕਹਿੰਦਾ ਕੀ ਹੈ ਵੀ, ਕਹਿੰਦਾ ਜੀ ਆਊਟ ਆਫ ਦਾ ਟੋਟਲ ਕੈਂਡੀਡੇਟ ਹੂ ਕੁਆਲੀਫਾਈ ਦਾ ਕੰਪਿਊਟਰ ਬੇਸਡ ਟੈਸਟ, ਜਿਹੜਾ ਤੁਹਾਡਾ ਰਿਟਨ ਟੈਸਟ ਹੋ ਗਿਆ ਉਹਨੂੰ ਬੋਲਦੇ ਆ CBT ਟੈਸਟ ਹੋ ਗਿਆ। ਠੀਕ ਹੈ ਤੁਹਾਡਾ, ਉਹਦੇ ਵਿੱਚ ਕਮੇਟੀ ਤੁਹਾਨੂੰ ਬੁਲਾਊਗੀ ਅਗਲੇ ਫੇਜ਼ ਵਾਸਤੇ, ਜਿਹਨੂੰ ਆਪਾਂ ਕਹਿ ਦਿੰਦੇ ਆ ਕੰਪਿਊਟਰ ਪ੍ਰੋਫੈਂਸੀ ਟੈਸਟ। ਹੁਣ ਇਹ ਪ੍ਰੋਫੈਂਸੀ ਟੈਸਟ ਦੇ ਵਿੱਚ ਹੋਊਗਾ ਕੀ ਬੇਟਾ ਤੁਹਾਡਾ, ਇਹ ਮੈਂਡੇਟਰੀ ਆ ਤੁਹਾਡੇ ਸਾਰਿਆਂ ਵਾਸਤੇ। ਪਰ ਇੱਕ ਗੱਲ ਨੋਟ ਕਰ ਲਿਓ, ਇਹਦੇ ਜਿਹੜੇ ਨੰਬਰ ਹੈਗੇ ਆ ਤੁਹਾਡੀ ਮੈਰਿਟ ਵਿੱਚ ਐਡ ਨਹੀਂ ਹੋਣਗੇ। ਇਹ ਸਿਰਫ ਤੁਹਾਨੂੰ ਕੁਆਲੀਫਾਈ ਕਰਨਾ ਹੈ, ਕੁਆਲੀਫਾਈ ਇਨ ਨੇਚਰ ਹੈ, ਬਟ ਇਹਦੇ ਨੰਬਰ ਐਡ ਨਹੀਂ ਹੋਣਗੇ। ਤਾਂ ਲਿਖਿਆ ਹੋਇਆ ਦੇਖੋ, ਕੰਪਿਊਟਰ ਪ੍ਰੋਫੈਂਸੀ ਟੈਸਟ ਵੁੱਡ ਨਾਟ ਬੀ ਕਾਊਂਟਡ ਟੁਵਰਡ ਦਾ ਫਾਈਨਲ ਮੈਰਿਟ। ਠੀਕ ਹੈ ਜੀ, ਦਾ ਟੈਸਟ ਵਿਲ ਓਨਲੀ ਕੁਆਲੀਫਾਈ ਇਨ ਨੇਚਰ, ਕੁਆਲੀਫਾਈਂਗ ਕਰਨਾ ਤੁਸੀਂ ਓਨਲੀ। ਠੀਕ ਹੈ ਜੀ, ਪਰ ਕੁਆਲੀਫਾਈਂਗ ਕਰਨ ਵਾਸਤੇ ਵੀ ਬੇਟਾ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ 10 ਨੰਬਰ ਦਾ ਤੁਹਾਡਾ ਹੋਊਗਾ ਟੈਸਟ, ਤੇ 10 ਵਿੱਚੋਂ ਤੁਹਾਨੂੰ 40% ਨੰਬਰ ਲੈਣੇ ਆ। ਕਹਿਣ ਦਾ ਭਾਵ 10 ਵਿੱਚੋਂ ਕਿੰਨੇ ਨੰਬਰ ਲੈਣੇ ਨੇ, ਤੁਸੀਂ 4 ਨੰਬਰ ਲੈਣੇ ਨੇ। ਤੇ ਮੈਂ ਕਹਿੰਦਾ ਤੁਸੀਂ 10 ਚੋਂ 10 ਲਵੋਗੇ, ਚਿੰਤਾ ਨਹੀਂ ਕਰਨੀ, ਮੇਰੇ ਕੋਲੇ ਆ ਗਏ ਹੋ। 10 ਦੇ ਵਿੱਚੋਂ 10 ਗਰੰਟੀ ਲਿਖ ਕੇ। ਠੀਕ ਹੈ ਜੀ, 4 ਨੰਬਰ ਲੈਣੇ ਇਹਨਾਂ ਨੇ ਕਿਹਾ। ਚਲੋ ਜੀ, ਅੱਛਾ ਪਹਿਲਾਂ ਤਾਂ ਤੁਹਾਡਾ ਸਪਰੈਡਸ਼ੀਟ ਦਾ ਟੈਸਟ ਹੋਊਗਾ। ਸਪਰੈਡਸ਼ੀਟ ਕਿਹਨੂੰ ਬੋਲਦੇ ਆ, ਐਕਸਲ ਨੂੰ ਬੋਲਦੇ ਆ। ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਦੱਸੂਗਾ ਵੀ ਤਿਆਰੀ ਕਰਨੀ ਕਿਵੇਂ ਆ, ਉਹ ਅੱਗੇ ਜਾ ਕੇ ਦੱਸਦਾ। ਹੁਣ ਇਹਦੇ ਵਿੱਚ 10 ਨੰਬਰ ਦਾ ਟੈਸਟ ਹੋਊਗਾ। 10 ਵਿੱਚੋਂ ਜਿਹੜਾ ਬੱਚਾ 4 ਲਾਊਗਾ ਫਿਰ ਉਹਦੀ ਕੀ ਹੋਊਗੀ, ਟਾਈਪਿੰਗ ਹੋਊਗੀ। ਠੀਕ ਹੈ, ਫੇਜ਼ 2 ਦੇ ਵਿੱਚ ਪਹਿਲਾਂ ਸਪਰੈਡਸ਼ੀਟ ਟੈਸਟ ਹੋਊਗਾ। ਜਿਹੜਾ ਬੱਚਾ 4 ਨੰਬਰ ਲਊਗਾ ਉਹਦਾ ਹੀ ਅੱਗੇ ਟਾਈਪਿੰਗ ਟੈਸਟ ਹੋਊਗਾ, ਨਹੀਂ ਉਹ ਉੱਥੇ ਬੱਚਾ ਕੀ ਹੋ ਜਾਊਗਾ, ਫੇਲ ਹੋ ਜਾਊਗਾ ਜੇ 4 ਨੰਬਰ ਨਹੀਂ ਲੈਂਦਾ। ਤੇ ਇਸ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਬੇਟਾ, ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ। ਜਦੋਂ ਤੁਹਾਡੇ 4 ਨੰਬਰ ਆ ਗਏ, ਤੁਸੀਂ ਕੁਆਲੀਫਾਈ ਕਰ ਲਿਆ, ਫਿਰ ਤੁਹਾਡਾ ਕੰਪਿਊਟਰ ਟਾਈਪਿੰਗ ਟੈਸਟ ਹੋਊਗਾ। ਓਨਲੀ ਇੰਗਲਿਸ਼ ਦਾ ਹੋਣਾ, ਕਿਉਂਕਿ ਆਪਣੀ ਜਿਹੜੀ ਕੋਰਟ ਦੀ ਹੈਗੀ ਆ, ਆਨਰੇਬਲ ਕੋਰਟ ਹੋ ਗਈ, ਉਹਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਉਹ ਅੰਗਰੇਜ਼ੀ ਹੈ। ਠੀਕ ਹੈ ਜੀ, ਤਾਂ ਇੱਥੇ ਤੁਸੀਂ ਇੰਗਲਿਸ਼ ਟੈਸਟ ਦੇਣਾ ਹੈ 30 ਵਰਡਸ ਪਰ ਮਿੰਟ। ਹੁਣ ਇੱਥੇ ਤੁਹਾਨੂੰ ਮੈਂ ਟੈਸਟ ਥੋੜਾ ਜਿਹਾ, ਜਿਵੇਂ PEET+ ਬੋਰਡ ਦਾ ਟੈਸਟ ਹੁੰਦਾ ਉਹ ਵੱਖਰਾ ਹੁੰਦਾ, ਹਾਈਫਾਈ ਹੁੰਦਾ। ਇੱਥੇ ਨਾ ਹਾਈਫਾਈ ਨਹੀਂ ਹੋਊਗਾ, ਤੁਹਾਨੂੰ ਇੱਕ ਨਾ ਹਾਰਡ ਕਾਪੀ, ਹਾਰਡ ਪੇਜ ਦੇ ਦੇਣਗੇ। ਉਸ ਪੇਜ ਤੇ ਕੋਈ ਪੈਰਾਗ੍ਰਾਫ ਲਿਖਿਆ ਹੋਊਗਾ, ਉਹਨੂੰ ਦੇਖ ਦੇਖ ਕੇ ਤੁਸੀਂ ਟਾਈਪ ਕਰਨਾ ਹੋਊਗਾ ਸੌਫਟਵੇਅਰ ਦੇ ਵਿੱਚ। ਠੀਕ ਹੈ ਜੀ, ਹਾਰਡ ਪੈਰਾਗ੍ਰਾਫ ਦਿੱਤਾ ਜਾਊਗਾ, ਹਾਰਡ ਪੇਜ ਦਿੱਤਾ ਜਾਊਗਾ, ਉਹਦੇ ਤੇ ਪੈਰਾਗ੍ਰਾਫ ਲਿਖਿਆ ਹੋਊਗਾ, ਉਹਨੂੰ ਤੁਸੀਂ ਕੀ ਕਰਨਾ ਹੋਊਗਾ, ਟਾਈਪ ਕਰਨਾ ਹੋਊਗਾ। ਹੁਣ ਤੁਹਾਡੀ ਐਕੂਰੇਸੀ ਜਾਂ ਤੁਹਾਡਾ ਸਪੀਡ ਕੱਢਣ ਵਾਸਤੇ ਫਾਰਮੂਲਾ ਇਹਨੇ ਲਿਖਤਾ। ਕਹਿੰਦਾ ਵੀ ਨੰਬਰ ਆਫ ਵਰਡਸ ਜਿਹਨੇ ਤੁਸੀਂ ਲਿਖੋਗੇ ਮਾਈਨਸ ਮਿਸਟੇਕ ਡਿਵਾਈਡ ਬਾਈ 10। ਸਪੋਜ਼ ਮੈਂ ਕਰ ਲਏ 380 ਵਰਡ ਟਾਈਪ ਕਰ ਲਏ, ਜਿਹਦੇ ਵਿੱਚੋਂ ਮੇਰੇ 10 ਵਰਡ ਕੀ ਸੀਗੇ, ਗਲਤ ਹੋ ਗਏ।
ਤਾਂ ਡਿਵਾਈਡ ਬਾਈ 10। ਹੁਣ 380 ਨੂੰ 10 ਕੱਢੇ 370 ਹੋ ਗਿਆ, ਤਾਂ 10 ਨਾਲ ਆਪਾਂ ਕਰਤਾ, ਤਾਂ ਮੇਰੀ ਸਪੀਡ ਕਿੰਨੀ ਆ ਗਈ 37 ਵਰਡ ਪਰ ਮਿੰਟ ਆ ਗਈ, ਮੈਂ ਕੁਆਲੀਫਾਈ ਕਰ ਗਿਆ। ਤਾਂ ਕਹਿਣ ਦਾ ਮਤਲਬ 30 ਤੋਂ ਉੱਪਰ ਹੋਣਾ ਚਾਹੀਦਾ ਹੈ। ਮਿਸਟੇਕ ਨੂੰ ਹਟਾ ਕੇ, ਮਿਸਟੇਕ ਜੇ ਤੁਹਾਡੀਆਂ ਵੱਧ ਹੋਣਗੀਆਂ ਤਾਂ ਤੁਹਾਡੀ ਕੀ ਹੋ ਜੂਗੀ ਬੇਟਾ, ਇਹਦੇ ਵਿੱਚ ਪ੍ਰੋਬਲਮ ਆ ਜੂਗੀ। ਸਪੋਜ਼ ਮੈਂ ਮਿਸਟੇਕ ਕਰਤੀਆਂ ਇੱਥੇ ਮੈਂ ਸਪੋਜ਼ ਮਿਸਟੇਕ ਕਰਤੀਆਂ 60, ਤਾਂ ਮੰਨ ਲਓ ਮੈਂ ਨੰਬਰ ਆਫ ਵਰਡ ਜਿਹੜੇ ਟਾਈਪ ਕੀਤੇ ਸੀਗੇ 380 ਕੀਤੇ ਸੀਗੇ, ਮਿਸਟੇਕ ਮੈਂ ਕਰਤੀਆਂ 60। ਠੀਕ ਹੈ ਜੀ, ਹੁਣ ਕਿੰਨਾ ਬਚਿਆ ਮੇਰੇ ਕੋਲੇ 320 ਬਚਿਆ। ਕਿੰਨਾ ਬਚਿਆ ਮੇਰਾ ਫਿਰ 320 ਬਚਿਆ। ਠੀਕ ਹੈ ਜੀ, ਤਾਂ ਵੀ ਮੈਂ ਕੁਆਲੀਫਾਈ ਕਰ ਗਿਆ। ਮੰਨ ਲਓ ਕਿ ਜੇ ਵੱਧ ਕਰ ਗਿਆ ਮੈਂ, ਮੰਨ ਲਓ ਠੀਕ ਹੈ ਜੀ, ਮੰਨ ਲਓ 100 ਮਿਸਟੇਕ ਕਰ ਗਿਆ, ਵੈਸੇ ਇੰਨੀਆਂ ਕੋਈ ਕਰਦਾ ਨਹੀਂ ਹੁੰਦਾ, ਪਰ ਫਿਰ ਵੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਘੱਟੋ ਘੱਟ ਮਿਸਟੇਕ ਕਰਨਾ, ਘੱਟੋ ਘੱਟ ਮਿਸਟੇਕ ਕਰੋਗੇ ਤਾਂ ਤੁਹਾਡੇ ਮਤਲਬ ਈਜ਼ੀਲੀ ਤੁਸੀਂ ਇਹਨੂੰ ਕੀ ਕਰ ਲਓਗੇ, ਕੁਆਲੀਫਾਈ ਕਰ ਲਓਗੇ। ਤਾਂ ਸੌਖਾ ਜਿਹਾ ਟੈਸਟ ਹੈ, ਕੋਈ ਡਰਨ ਦੀ ਲੋੜ ਨਹੀਂ, ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਹੁਣ ਇਸ ਤੋਂ ਬਾਅਦ ਹੋਊਗਾ ਕੀ, ਠੀਕ ਹੈ ਜੀ, ਇਹਦੇ ਵਿੱਚ ਬੇਟਾ ਜਿਹੜਾ ਪਾਰਟ 2 ਹੈ, ਤੁਸੀਂ ਜਦੋਂ ਸਪਰੈਡਸ਼ੀਟ ਟੈਸਟ ਪਾਸ ਕਰ ਲਓਗੇ ਤੁਹਾਡੀ ਟਾਈਪਿੰਗ ਹੋ ਜੂਗੀ। ਟਾਈਪਿੰਗ ਜਿਹੜੀ ਹੈਗੀ ਹੈ ਤੁਹਾਨੂੰ ਮੈਂ ਦੱਸਤਾ ਵੀ ਫਾਰਮੂਲਾ ਕਿਵੇਂ ਉਹ ਕੱਢਣਗੇ, ਤੁਹਾਡੀ ਸਪੀਡ। ਦੋਨੇ ਜਿਹੜੇ ਟੈਸਟ ਹੈਗੇ ਤੁਹਾਡੇ ਕੁਆਲੀਫਾਈਂਗ ਨੇਚਰ ਦੇ ਵਿੱਚ ਹੈ। ਠੀਕ ਹੈ, ਜਿਹੜਾ ਤੁਹਾਡਾ ਇਹ ਸੀਪੀਟੀ ਟੈਸਟ ਹੈਗਾ, ਕੰਪਿਊਟਰ ਪ੍ਰੋਫੈਂਸੀ ਟੈਸਟ, ਇਹ ਸਿਰਫ ਤੁਹਾਡੇ ਕਾਹਦੇ ਵਾਸਤੇ ਹੈ, ਸਿਰਫ ਕੁਆਲੀਫਾਈ ਵਾਸਤੇ ਹੈ। ਤੁਹਾਨੂੰ ਬੁਲਾਉਣਗੇ ਕਿਹਦੇ ਬੇਸ ਤੇ, ਤੁਹਾਨੂੰ ਬੁਲਾਇਆ ਜਾਊਗਾ ਇਸ ਮੈਰਿਟ ਦੇ ਬੇਸ ਤੇ, ਪਲੱਸ ਤੁਸੀਂ ਇਹ ਕੁਆਲੀਫਾਈ ਕੀਤਾ ਹੋਵੇ। ਇਹ ਨਹੀਂ ਹੈਗਾ ਵੀ ਤੁਹਾਡੀ ਮੈਰਿਟ ਦੇ ਵਿੱਚ ਆ ਗਏ ਪਰ ਤੁਹਾਡਾ ਸੀਪੀਟੀ ਕਲੀਅਰ ਨਹੀਂ ਹੈਗਾ, ਇਹਦੇ ਮੈਰਿਟ ਵਿੱਚ ਆਉਣਾ ਚਾਹੀਦਾ, ਨਾਲ ਤੁਸੀਂ ਕਲੀਅਰ ਕੀਤਾ ਹੋਣਾ ਚਾਹੀਦਾ। ਉਹੀ ਬੰਦਾ ਬੁਲਾਇਆ ਜਾਊਗਾ ਓਰੀਜਨਲ ਡਾਕੂਮੈਂਟ ਚੈੱਕ ਕਰਨ ਵਾਸਤੇ, ਮਤਲਬ ਕਿ ਫਾਈਨਲ ਸਿਲੈਕਸ਼ਨ ਵਾਸਤੇ ਉਸ ਬੰਦੇ ਨੂੰ ਬੁਲਾਇਆ ਜਾਊਗਾ। ਤਾਂ ਆਹ ਤਾਂ ਸੀਗੀ ਸਾਰੀ ਕਹਾਣੀ, ਗੱਲਬਾਤ। ਹੁਣ ਆਪਾਂ ਦੇਖਦੇ ਹਾਂ ਵੀ ਇਹ ਪੁੱਛਣਗੇ ਕੀ, ਬਹੁਤ ਸਾਰੇ ਬੱਚਿਆਂ ਨੂੰ ਤਾਂ ਨਹੀਂ ਪਤਾ, ਕਿਤੇ ਮੈਂਸ਼ਨ ਵੀ ਨਹੀਂ ਕੀਤਾ ਹੋਇਆ ਵੀ ਕੀ ਪੁੱਛਿਆ ਜਾਊਗਾ। ਤਾਂ ਤੁਹਾਨੂੰ ਮੈਂ ਦੱਸ ਦਿੰਦਾ ਬੇਟੇ, ਇਹਦੇ ਵਿੱਚ ਕੀ ਹੋਊਗਾ। ਸਪਰੈਡਸ਼ੀਟ ਮੈਂ 10 ਨੰਬਰ ਦੀ ਗੱਲ ਕਰ ਰਿਹਾ, ਜਿਹੜਾ ਆਪਣਾ 10 ਨੰਬਰ ਦਾ ਟਾਈਪਿੰਗ ਤੁਹਾਨੂੰ ਆਉਂਦੀ ਹੋਊਗੀ, ਟਾਈਪਿੰਗ ਬਾਰੇ ਮੈਂ ਕੁਝ ਨਹੀਂ ਦੱਸਾਂਗਾ, ਟਾਈਪਿੰਗ ਸਾਰਿਆਂ ਨੂੰ ਆਉਂਦੀ ਹੈ। 10 ਨੰਬਰ ਦੀ ਆਪਾਂ ਗੱਲ ਕਰਦੇ ਹਾਂ, ਇੱਕ ਟੇਬਲ ਦਿੱਤਾ ਹੋਊਗਾ ਆਪਾਂ ਨੂੰ। ਠੀਕ ਹੈ ਜੀ, ਟੇਬਲ ਬਣਾਇਆ ਵੀ ਹੋਇਆ, ਦਿੱਤਾ ਵੀ ਜਾ ਸਕਦਾ, ਨਹੀਂ ਵੀ ਦਿੱਤਾ ਜਾ ਸਕਦਾ, ਤੁਹਾਨੂੰ ਕਹਿ ਵੀ ਦੇਣਗੇ ਕਿ ਟੇਬਲ ਬਣਾਓ, ਕ੍ਰੀਏਟ ਕਰੋ। ਪਰ ਮੈਂ ਜਿੰਨੇ ਤੱਕ ਮੈਂ ਹੁਣ ਤੱਕ ਟੈਸਟ ਦੇਖੇ ਆ, ਜਾਂ ਮੈਂ ਖੁਦ ਟੈਸਟ ਦਿੱਤਾ ਹੋਇਆ ਇਹ, ਤਾਂ ਉਹ ਟੇਬਲ ਤੁਹਾਡੇ ਕੋਲੇ ਕੀ ਇੱਕ ਟੇਬਲ ਦਿੱਤਾ ਹੋਊਗਾ ਤੁਹਾਨੂੰ, ਉਸ ਟੇਬਲ ਦੇ ਵਿੱਚ ਕੀ ਕਹਿ ਦੇਣਗੇ ਤੁਹਾਨੂੰ ਕਿ ਸਪੋਜ਼ ਤੁਹਾਨੂੰ ਮਤਲਬ ਕਹਿ ਦੇਣਗੇ ਕਾਲਮ, ਉਹਦੇ ਵਿੱਚ ਇੱਕ ਨਵਾਂ ਕਾਲਮ ਐਡ ਕਰੋ, ਉਹਦਾ ਸਮ ਕੱਢੋ, ਉਹਦੀ ਐਵਰੇਜ ਕੱਢੋ, ਉਹਦੀ ਪਰਸੈਂਟੇਜ ਕੱਢੋ। ਕਹਿਣ ਦਾ ਮਤਲਬ ਇੱਕ ਟੇਬਲ ਮਿਲਿਆ ਹੋਊਗਾ ਆਪਾਂ ਨੂੰ। ਹੁਣ ਆਪਣੇ ਕੋਲੇ 5 ਕੁਐਸਚਨ ਪੁੱਛੇ ਜਾਣਗੇ ਉਸ ਟੇਬਲ ਦੇ ਰਿਗਾਰਡਿੰਗ। ਇੱਕ ਟੇਬਲ ਦਿੱਤਾ ਹੋਊਗਾ, ਟੇਬਲ ਦੇ ਰਿਗਾਰਡਿੰਗ 5 ਕੁਐਸਚਨ ਪੁੱਛਣਗੇ, ਹਰੇਕ ਕੁਐਸਚਨ ਕਿੰਨਾ ਹੋਊਗਾ 2 ਮਾਰਕਸ ਦਾ ਹੋਊਗਾ। ਤਾਂ ਆਪਣਾ ਕੀ ਬਣ ਗਿਆ, 5 ਗੁਣਾ 2 ਕਿੰਨਾ ਬਣ ਗਿਆ 10। ਮੰਨ ਲਓ ਤੁਸੀਂ 2 ਕੁਐਸਚਨ ਵੀ ਸਹੀ ਕਰ ਦਿੰਦੇ ਹੋ ਤਾਂ ਤੁਹਾਡੇ ਕਿੰਨੇ ਨੰਬਰ ਆ ਗਏ, 4 ਨੰਬਰ ਆ ਗਏ, ਤੁਸੀਂ ਕੁਆਲੀਫਾਈ ਕਰ ਜਾਓਗੇ। ਪਰ ਤੁਸੀਂ 5 ਦੇ 5 ਕੁਐਸਚਨ ਠੀਕ ਕਰ ਸਕਦੇ ਹੋ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ। ਤਾਂ ਕਹਿਣ ਦਾ ਮਤਲਬ 5 ਕੁਐਸਚਨ ਹੋਣਗੇ ਰਿਗਾਰਡਿੰਗ ਟੇਬਲ, 5 ਦੇ ਵਿੱਚੋਂ ਅਗਰ ਤੁਸੀਂ 2 ਕਰ ਦੋਗੇ ਤੁਸੀਂ ਕੀ ਹੋ ਜਾਓਗੇ, ਕਲੀਅਰ ਹੋ ਜਾਓਗੇ, ਕਿਉਂਕਿ ਇੱਕ ਕੁਐਸਚਨ ਕਿੰਨੇ ਨੰਬਰ ਦਾ ਹੈ, 2 ਨੰਬਰ ਦਾ ਹੈ। ਅੱਗੇ ਗੱਲ ਕਰਦੇ ਹਾਂ ਬੇਟੇ ਆਪਾਂ, ਹੁਣ ਉਹਦੇ ਵਿੱਚ ਟੇਬਲ ਤੋਂ ਬਾਅਦ ਆਪਾਂ ਨੂੰ ਫਾਰਮੂਲਾ, ਫੰਕਸ਼ਨ ਕੁਝ ਵੀ ਪੁੱਛਿਆ ਜਾ ਸਕਦਾ ਹੈ। ਸਪੋਜ਼ ਤੁਹਾਨੂੰ ਕਹਿ ਦੇਣਗੇ ਕਿ ਮੈਕਸਿਮਮ ਸਮ ਕੱਢੋ, ਮੈਕਸਿਮਮ ਨੰਬਰ ਕੱਢੋ, ਮਿਨੀਮਮ ਨੰਬਰ ਕੱਢੋ। ਠੀਕ ਹੈ, ਜੋ ਮਰਜ਼ੀ ਕਹਿ ਸਕਦੇ ਆ, ਡੇਟ ਐਂਡ ਟਾਈਮ ਡਿਸਪਲੇ ਕਰਵਾ ਦਿਓ, ਤੁਹਾਨੂੰ ਕਹਿ ਦੇਣਗੇ ਫਲਾਨਾ ਮਰਜ ਐਂਡ ਸੈਂਟਰ ਕਰਕੇ ਦਿਖਾ ਦਿਓ, ਕੁਝ ਵੀ ਕਹਿ ਸਕਦਾ ਐਕਸਲ ਦੇ ਵਿੱਚ। ਤਾਂ ਚਿੰਤਾ ਨਹੀਂ ਕਰਨੀ, ਆਪਾਂ ਸਾਰਾ ਕੁਝ ਕਰਾਂਗੇ। ਇਸ ਤੋਂ ਇਲਾਵਾ ਤੁਹਾਨੂੰ ਕੀ ਆ ਜੀ, ਮਲਟੀਪਲ ਕਮਾਂਡਸ ਹੋ ਗਈਆਂ, ਕਮਾਂਡਸ ਦੇ ਬਾਰੇ ਪੁੱਛ ਸਕਦਾ ਹੈ ਕਿ ਫਲਾਨੀ ਕਮਾਂਡ ਕਿਵੇਂ ਲਗਾਈ ਜਾਊਗੀ, ਡਾਟਾ ਵੈਲਿਡੇਸ਼ਨ ਕਿਵੇਂ ਹੋਊਗੀ। ਠੀਕ ਹੈ ਜੀ, ਵੀ ਲੁੱਕਅਪ ਫਾਰਮੂਲਾ ਕਿਵੇਂ ਲਗਾ ਸਕਦੇ ਆ। ਵੈਸੇ ਇੰਨਾ ਹਾਈਫਾਈ ਕਦੇ ਨਹੀਂ ਪੁੱਛਿਆ, ਮੈਂ ਤੁਹਾਨੂੰ ਐਡਵਾਂਸ ਲੈਵਲ ਤੱਕ ਕਰਵਾਉਂਗਾ। ਤੇ ਪਰ ਜਿਹੜਾ ਅੱਜ ਆਪਾਂ ਕਰਾਂਗੇ ਬਿਲਕੁਲ ਬੇਸਿਕ, ਬਿਲਕੁਲ ਜ਼ੀਰੋ ਤੋਂ ਸਟਾਰਟ ਕਰਾਂਗੇ। ਚਿੰਤਾ ਨਹੀਂ ਕਰਨੀ, ਜਿਹਨੂੰ ਬਿਲਕੁਲ ਹੀ ਨਹੀਂ ਪਤਾ ਸਪਰੈਡਸ਼ੀਟ ਹੁੰਦਾ ਕੀ ਹੈ, ਉਹ ਵੀ ਬੰਦਾ ਕੀ ਕਰ ਸਕਦਾ, ਈਜ਼ੀਲੀ ਕੁਆਲੀਫਾਈ ਕਰ ਸਕਦਾ। ਹੁਣ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੈਸੇ ਮੈਂ ਰეკਮੈਂਡ ਕਰੂੰਗਾ ਕਿ ਮੈਂ ਨਾ ਇੱਕ ਐਕਸਲ ਦੀਆਂ 2 ਵੀਡੀਓ ਕਰਾਈਆਂ, ਐਕਸਲ ਪਾਰਟ 1 ਤੇ ਪਾਰਟ 2, ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ। ਉਹ ਹੈਗਾ ਥਿਓਰੈਟੀਕਲ, ਬਿਲਕੁਲ ਥਿਓਰੈਟੀਕਲ ਕਰਵਾਇਆ ਹੋਇਆ ਹੈ, ਪਰ ਉਹਦੇ ਨਾਲ ਤੁਹਾਨੂੰ ਸਮਝ ਲੱਗ ਜਾਊਗੀ ਵੀ ਐਕਚੁਅਲ ਚ ਐਕਸਲ ਹੈ ਕੀ ਹੈ, ਕਿਵੇਂ ਹੈ। ਕਿਉਂਕਿ ਮੈਂ ਜੇ ਸਾਰਾ ਕਰਵਾਉਣ ਲੱਗ ਜਾਊਗਾ ਬਹੁਤ ਟਾਈਮ ਲੱਗ ਜਾਊਗਾ। ਮੈਂ ਸਿਰਫ ਫੋਕਸ ਕਰੂੰਗਾ ਤੁਹਾਨੂੰ ਡਾਇਰੈਕਟ ਜੋ ਉੱਥੇ ਪੁੱਛਿਆ ਜਾਊਗਾ। ਪਰ ਮੈਂ ਫਿਰ ਵੀ ਤੁਹਾਨੂੰ ਰეკਮੈਂਡ ਕਰਦਾ, ਜੇ ਤੁਸੀਂ ਮਤਲਬ ਪ੍ਰੋਪਰ ਨੰਬਰ ਲੈਣੇ ਆ ਤਾਂ ਪਹਿਲਾਂ ਪਾਰਟ 1 ਐਂਡ ਪਾਰਟ 2 ਥਿਓਰੈਟੀਕਲ ਜ਼ਰੂਰ ਪੜ੍ਹ ਕੇ ਜਾਇਓ। ਕੁਛ ਵੀ ਨਹੀਂ ਹੈਗਾ, 1 ਘੰਟਾ ਤੁਸੀਂ ਸਪੈਂਡ ਕਰਨਾ ਆਪਣਾ ਟਾਈਮ, 1 ਘੰਟੇ ਵਿੱਚ ਤੁਹਾਨੂੰ ਸਾਰਾ ਕੁਝ ਸਮਝ ਆ ਜਾਊਗਾ। ਉਸ ਤੋਂ ਬਾਅਦ ਤੁਸੀਂ ਆਹ ਚੀਜ਼ ਕਰਨੀ ਹੈ, ਡਾਇਰੈਕਟ ਕਰੋਗੇ ਹੋ ਸਕਦਾ ਥੋੜਾ ਬਹੁਤ ਤੁਹਾਨੂੰ ਨਾ ਸਮਝ ਆਵੇ। ਤਾਂ ਚਲੋ ਅੱਜ ਆਪਾਂ ਟੈਸਟ 1 ਕਰਦੇ ਹਾਂ। ਤੁਹਾਨੂੰ ਆ ਦੇਖੋ, ਤੁਹਾਨੂੰ ਇਸ ਤਰ੍ਹਾਂ ਟੈਸਟ ਮਿਲੂਗਾ, ਬਿਲਕੁਲ ਇਸ ਤਰ੍ਹਾਂ ਟੈਸਟ ਮਿਲੂਗਾ। ਇਹ ਮੈਂ ਜਿਵੇਂ ਸਿੰਪਲ ਪਾਇਆ, ਸਿੰਪਲ ਹੀ ਆਊਗਾ, ਪਰ ਫਿਰ ਵੀ ਮੈਂ ਹਾਈ ਲੈਵਲ ਕਰਾਉਣ ਦੀ ਕੋਸ਼ਿਸ਼ ਕਰੂੰਗਾ। ਹੁਣ ਤੁਹਾਨੂੰ ਕੀ ਹੋਊਗਾ ਬੇਟੇ, ਦੇਖੋ ਟੇਬਲ ਗਿਵਨ ਹੋਊਗਾ, ਆ ਜਿਹੜਾ ਟੇਬਲ ਦਿੱਤਾ ਹੋਇਆ ਨਾ ਤੁਹਾਨੂੰ ਉੱਥੇ ਦਿੱਤਾ ਹੋਊਗਾ ਹਾਰਡ ਕਾਪੀ ਤੇ, ਥੋੜਾ ਮਤਲਬ ਕਿ ਜੋ ਕੁਐਸਚਨ ਪੇਪਰ ਹੋਊਗਾ ਉਹਦੇ ਉੱਪਰ ਦਿੱਤਾ ਹੋਊਗਾ। ਹੁਣ ਟੇਬਲ ਕੁਝ ਵੀ ਹੋ ਸਕਦਾ ਬੇਟੇ, ਸਟੂਡੈਂਟ ਟੇਬਲ ਹੋਊਗਾ, ਸਪੋਜ਼ ਕੋਈ ਆਈਟਮ ਟੇਬਲ ਹੋ ਸਕਦਾ ਜਿਹਦੇ ਵਿੱਚ ਕੁਝ ਆਈਟਮਸ ਹੋਣਗੀਆਂ, ਸਪੋਜ਼ ਕੋਈ ਟੈਕਸ ਕੱਢਣ ਵਾਲਾ ਟੇਬਲ ਹੋ ਸਕਦਾ, ਕੁਝ ਵੀ ਹੋ ਸਕਦਾ। ਕਹਿਣ ਦਾ ਭਾਵ ਅੱਜ ਮੈਂ ਲਿਆ ਤੁਹਾਡੇ ਕੋਲ ਸਟੂਡੈਂਟ ਟੇਬਲ, ਕਿਉਂਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ। ਟੇਬਲ ਪਹਿਲਾਂ ਟੇਬਲ ਨੂੰ ਸਮਝਣਾ ਚੰਗੀ ਤਰ੍ਹਾਂ। ਟੇਬਲ ਵਿੱਚ ਹੈ ਕੀ ਹੈ, ਇੱਕ ਤਾਂ ਸੀਰੀਅਲ ਨੰਬਰ ਹੈ, ਇੱਕ ਨੇਮ ਨੇ ਸਟੂਡੈਂਟ ਦੇ,
ਇੱਕ ਉਹਨਾਂ ਦੇ ਮਾਰਕਸ ਨੇ ਕਿਹਦੇ ਕਿਹਦੇ ਸਬਜੈਕਟ 1 ਤੇ ਸਬਜੈਕਟ 2 ਦੇ, ਇਹ ਟੇਬਲ ਆਪਾਂ ਨੂੰ ਦਿੱਤਾ ਹੋਇਆ ਹੈ। 5 ਸਟੂਡੈਂਟ ਦਿੱਤੇ ਹੋਏ ਹੈ। ਹੁਣ ਆਹ ਦੇਖੋ, ਆਹ 5 ਕੁਐਸਚਨ ਦਿੱਤੇ ਹੋਣਗੇ, ਹਰੇਕ ਕੁਐਸਚਨ 2 ਨੰਬਰ ਦਾ, ਜਿਵੇਂ 1 2 ਅੱਗੇ ਜਾ ਕੇ ਦੇਖੋ 3 4 5 ਕੁਐਸਚਨ ਨੇ, ਤਾਂ ਟੋਟਲ ਕਿੰਨਾ ਹੋ ਗਿਆ, 10 ਨੰਬਰ ਦਾ ਹੋ ਗਿਆ। ਆਪਾਂ ਜਿਵੇਂ ਜਿਵੇਂ ਦਿੱਤਾ ਹੋਊਗਾ ਉਵੇਂ ਉਵੇਂ ਆਪਾਂ ਕੀ ਕਰਾਂਗੇ, ਸੋਲਵ ਕਰਾਂਗੇ। ਕਲੀਅਰ ਹੈ ਜੀ। ਹੁਣ ਪਹਿਲਾਂ ਕੀ ਕਹਿੰਦਾ ਜੀ ਡਰਾ ਦਾ ਟੇਬਲ ਔਨ ਦਾ ਐਕਸਲ ਸ਼ੀਟ, ਆ ਹਾਰਡ ਕਾਪੀ ਹੋਊਗੀ, ਇਹਨੂੰ ਆਪਾਂ ਐਕਸਲ ਸ਼ੀਟ ਤੇ ਡਰਾ ਕਰਨਾ ਹੋਊਗਾ। ਫਿਰ ਉਹਨੇ ਨਾਲ ਕਹਿਤਾ ਜੀ ਫਾਰਮੈਟ ਦਾ ਸੈੱਲ ਸੱਚ ਦੈਟ ਦਾ ਟੈਕਸਟ ਸਾਈਜ਼ 20 ਰੱਖੋ। ਜੋ ਜੋ ਕਿਹਾ ਹੋਊਗਾ ਆਪਾਂ ਉਵੇਂ ਉਵੇਂ ਕਰੀ ਜਾਵਾਂਗੇ। ਚਲੋ ਜੀ ਆਪਾਂ ਕਰਦੇ ਹਾਂ ਪ੍ਰੈਕਟੀਕਲ। ਥੋੜਾ ਜਿਹਾ ਐਡਜਸਟ ਕਰ ਲਓ, ਮੇਰਾ ਮਾਊਸ ਨਾ ਮਤਲਬ ਪਿੰਡ ਰਹਿ ਗਿਆ, ਘਰ ਰਹਿ ਗਿਆ, ਪਰ ਮੈਂ ਕੋਸ਼ਿਸ਼ ਕਰੂੰਗਾ ਵਧੀਆ ਕਰਾਉਣ ਦੀ। ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਬੇਟੇ। ਮੈਂ ਆਲਰੇਡੀ ਇੱਕ ਟੇਬਲ ਬਣਾ ਕੇ ਰੱਖਿਆ ਹੋਇਆ, ਠੀਕ ਹੈ, ਤੁਹਾਨੂੰ ਮੈਂ ਦਿਖਾ ਦਿੰਦਾ ਇਹਦੀ ਆਊਟਪੁੱਟ ਆਊਗੀ ਕਿਵੇਂ। ਤਾਂ ਇਹ ਚਲੋ ਆਪਣੀ ਸ਼ੀਟ ਹੋ ਗਈ, ਹਾਰਡ ਕਾਪੀ ਹੋ ਗਈ। ਹੁਣ ਆਪਾਂ ਚੱਲਦੇ ਹਾਂ ਐਕਸਲ ਦੇ ਵਿੱਚ, ਠੀਕ ਹੈ। ਹੁਣ ਐਕਸਲ ਸਭ ਨੂੰ ਖੋਲਣਾ ਆਉਂਦਾ ਹੋਊਗਾ ਬੇਟੇ। ਦੇਖੋ ਐਕਸਲ ਆਪਾਂ ਇੱਥੇ ਆ ਸਟਾਰਟ ਬਟਨ ਹੁੰਦਾ, ਇੱਥੇ ਜਾ ਕੇ ਵੀ ਖੋਲ ਸਕਦੇ ਹਾਂ ਹਨਾ, ਆਲ ਪ੍ਰੋਗਰਾਮ ਦੇ ਵਿੱਚ ਜਾ ਕੇ। ਪਰ ਮੇਰੇ ਕੋਲ ਵਿੰਡੋ ਥੋੜੀ ਜਿਹੀ ਐਡਵਾਂਸ ਹੈਗੀ ਹੈ, ਵਿੰਡੋ 11 ਹੈ, ਤਾਂ ਮੈਂ ਡਾਇਰੈਕਟ ਇੱਥੇ ਰਾਈਟ ਕਲਿੱਕ ਕਰਕੇ ਨਿਊ ਕਰਕੇ ਵੀ ਐਕਸਲ ਖੋਲ ਸਕਦਾ ਹਾਂ, ਠੀਕ ਹੈ। ਦੇਖੋ ਐਕਸਲ ਦੀ ਸ਼ੀਟ ਖੁੱਲ ਜੂਗੀ। ਤਾਂ ਮੈਂ ਆਲਰੇਡੀ ਇੱਕ ਬਣਾ ਕੇ ਰੱਖੀ ਹੋਈ ਹੈ ਐਕਸਲ ਦੀ ਸ਼ੀਟ। ਜਦੋਂ ਮੈਂ ਕਲਿੱਕ ਕਰੂੰਗਾ ਦੇਖੋ ਡਬਲ ਕਲਿੱਕ ਕਰਾਂਗੇ ਐਕਸਲ ਸ਼ੀਟ ਖੁੱਲ ਜੂਗੀ। ਆਪਾਂ ਆਹ ਟੇਬਲ ਬਣਾਉਣਾ ਹੈ, ਠੀਕ ਹੈ। ਇਹ ਮੈਂ ਆਲਰੇਡੀ ਬਣਾ ਕੇ ਰੱਖਿਆ ਹੋਇਆ, ਬਟ ਆਪਾਂ ਹੁਣ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਾਂਗੇ। ਤਾਂ ਆਪਾਂ ਇੱਥੋਂ ਸਟਾਰਟ ਕਰਦੇ ਹਾਂ। ਹੁਣ ਜਿਵੇਂ ਜਿਵੇਂ ਦੇਖੋ ਮੈਂ ਹਜੇ ਸਾਈਜ਼ ਨਹੀਂ ਵੱਡਾ ਕਰ ਰਿਹਾ, ਕਿਉਂਕਿ ਮੈਂ ਜੇ ਸਾਈਜ਼ ਵੱਡਾ ਕਰੂੰਗਾ ਤੁਹਾਨੂੰ ਸਮਝ ਨਹੀਂ ਆਊਗੀ। ਜਿਵੇਂ ਜਿਵੇਂ ਉਹ ਬੋਲੂਗਾ ਆਪਾਂ ਉਵੇਂ ਉਵੇਂ ਕੰਮ ਕਰਨਾ ਹੈ। ਹੁਣ ਪਹਿਲਾਂ ਦੇਖੋ ਟੇਬਲ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲੈਣਾ ਹੈ, ਠੀਕ ਹੈ ਜੀ। ਟੇਬਲ ਵਿੱਚ ਕੀ ਹੈ, ਸੀਰੀਅਲ ਨੰਬਰ ਹੈ, ਨਾਮ ਆਫ ਸਟੂਡੈਂਟ ਹੈ, ਨੇਮ ਹੈ ਸਟੂਡੈਂਟ ਦੇ, ਮਾਰਕਸ ਹੈ ਤੇ ਮਾਰਕਸ ਸਬਜੈਕਟ 2 ਹੈ। ਆਪਣੇ ਆਪ ਨਹੀਂ ਪਾਉਣਾ, ਕੱਲਾ ਮਾਰਕਸ ਲਿਖ ਦੇਣੇ, ਜੋ ਉਹਨਾਂ ਨੇ ਲਿਖਿਆ ਸੇਮ ਲਿਖਣਾ ਹੈ। ਤਾਂ ਆਪਾਂ ਲਿਖ ਦਿੰਦੇ ਹਾਂ ਬੇਟੇ ਇੱਥੇ ਆਪਣੇ, ਠੀਕ ਹੈ ਜੀ। ਪਹਿਲਾਂ ਆਪਾਂ ਲਿਖਦੇ ਹਾਂ ਜੀ ਇੱਥੇ ਸੀਰੀਅਲ ਨੰਬਰ, ਠੀਕ ਹੈ ਜੀ। ਆਪਾਂ ਕੀ ਲਿਖ ਦਿੰਦੇ ਹਾਂ, ਸੀਰੀਅਲ ਨੰਬਰ ਲਿਖ ਦਿੰਦੇ ਹਾਂ, ਠੀਕ ਹੈ ਜੀ। ਇਹ ਆਪਾਂ ਇੱਥੇ ਕਰਦੇ ਹਾਂ ਜੀ ਕਲਿੱਕ। ਤੇ ਜੇ ਕਿਸੇ ਨੂੰ ਨਹੀਂ ਪਤਾ ਬੇਟੇ, ਆ ਰੋਜ਼ ਹੁੰਦੀਆਂ ਨੇ, ਆ ਕਾਲਮ ਹੁੰਦੇ ਆ, ਜਿਹੜਾ ਇੱਥੇ ਇੰਟਰਸੈਕਟ ਕਰਦਾ ਇਹ ਹੁੰਦਾ ਜੀ ਆਪਣਾ ਸੈੱਲ, ਇਹਨੂੰ ਬੋਲਦੇ ਆ ਜੀ ਆਪਣੀ ਜੀ ਫਾਰਮੂਲਾ ਬਾਰ, ਠੀਕ ਹੈ ਜੀ। ਇਹ ਹੁੰਦਾ ਜੀ ਸੈੱਲ ਐਡਰੈਸ, ਜਿਹਨੂੰ ਆਪਾਂ ਨੇਮ ਬਾਕਸ ਬੋਲਦੇ ਆ। ਕਲੀਅਰ ਹੈ। ਬਾਕੀ ਸਾਰਾ ਕੁਝ ਮੈਂ ਕਰਵਾਇਆ ਹੋਇਆ, ਥਿਓਰੈਟੀਕਲ ਜਰੂਰ ਦੇਖ ਲਿਓ। ਬਾਕੀ ਜਿਵੇਂ ਜਿਵੇਂ ਆਪਾਂ ਜ਼ਰੂਰਤ ਹੋਊਗੀ ਕਰੀ ਜਾਵਾਂਗੇ। ਹੁਣ ਦੇਖੋ ਇੱਥੇ ਮੈਂ ਕੀ ਲਿਖਦਾ ਬੇਟੇ, ਸੀਰੀਅਲ ਨੰਬਰ ਲਿਖਦਾ ਇੱਥੇ ਮੈਂ, ਠੀਕ ਹੈ ਜੀ। ਆਪਣਾ ਸੀਰੀਅਲ ਨੰਬਰ ਮੈਂ ਇੱਥੇ ਲਿਖਦਾ, ਤਾਂ ਇੱਥੇ ਮੈਂ ਲਿਖ ਦਿੰਦਾ ਬੇਟੇ ਸੀਰੀਅਲ ਨੰਬਰ। ਅਗਲੇ ਵਿੱਚ ਕੀ ਸੀਗਾ, ਨੇਮ ਆਫ ਸਟੂਡੈਂਟ, ਪੂਰਾ ਪਾਉਣਾ ਬੇਟੇ, ਨੇਮ ਆਫ ਸਟੂਡੈਂਟਸ, ਠੀਕ ਹੈ ਜੀ। ਹੁਣ ਦੇਖੋ ਜਦੋਂ ਮੈਂ ਕਲਿੱਕ ਕੀਤਾ ਬਾਹਰ ਆ ਗਿਆ ਨਾ, ਤੇ ਇਹਨੂੰ ਐਡਜਸਟ ਕਿਵੇਂ ਕਰਨਾ, ਕਈ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ। ਤਾਂ ਬੇਟੇ ਐਡਜਸਟ ਕਰਨ ਵਾਸਤੇ ਜਿੱਥੇ ਕਾਲਮ ਹੈਗਾ ਉੱਥੇ ਲੈ ਜਾਓ। ਦੇਖੋ ਕਰਸਰ ਚੇਂਜ ਹੋ ਗਿਆ ਨਾ, ਦੇਖੋ ਇਹ ਪਲੱਸ ਸਾਈਨ ਸੀਗਾ, ਇਹ ਦੇਖੋ ਚੇਂਜ ਹੋ ਗਿਆ ਇੱਥੇ। ਤਾਂ ਡਬਲ ਕਲਿੱਕ ਕਰ ਦੋ, ਤਾਂ ਆਟੋਮੈਟਿਕਲੀ ਉਹ ਕੀ ਕਰ ਦੂਗਾ, ਐਡਜਸਟ ਕਰ ਦੂਗਾ ਜਿੰਨੀ ਉਹਦੀ ਕੀ ਹੋਊਗੀ, ਚੜਾਈ ਹੋਊਗੀ। ਹੁਣ ਨੇਮ ਆਫ ਸਟੂਡੈਂਟ ਹੋ ਗਿਆ। ਉਸ ਤੋਂ ਬਾਅਦ ਕੀ ਆ ਗਿਆ ਜੀ, ਆਪਾਂ ਦੇਖ ਲੈਣਾ ਕੀ ਲਿਖਿਆ ਹੋਇਆ ਅੱਗੇ। ਅੱਗੇ ਲਿਖਿਆ ਹੋਇਆ ਜੀ ਮਾਰਕਸ ਆਫ ਸਬਜੈਕਟ 1, ਤਾਂ ਆਪਾਂ ਇਹ ਲਿਖ ਦਿੰਦੇ ਆ ਬੇਟੇ ਮਾਰਕਸ ਆਫ ਸਬਜੈਕਟ 1, ਠੀਕ ਹੈ ਜੀ। ਮੈਂ ਅੱਜ ਆਰਾਮ ਨਾਲ ਤਾਂ ਕਰਵਾ ਰਿਹਾ ਬੇਟੇ, ਹੋ ਕਿਉਂਕਿ ਬਹੁਤ ਧਿਆਨ ਨਾਲ ਕਰਨ ਵਾਲੀ ਚੀਜ਼ ਆ। ਉੱਥੇ ਬੰਦੇ ਕੀ ਹੋ ਜਾਂਦੇ ਆ, ਅੰਡਰ ਪ੍ਰੈਸ਼ਰ ਆ ਕੇ ਗਲਤੀਆਂ ਕਰ ਦਿੰਦੇ ਆ। ਤੁਸੀਂ ਗਲਤੀਆਂ ਨਹੀਂ ਕਰਨੀਆਂ। ਮਾਰਕਸ ਆਫ ਸਬਜੈਕਟ 1 ਹੋ ਗਿਆ, ਠੀਕ ਹੈ। ਚਾਹੇ ਇਹਨੂੰ ਕਾਪੀ ਕਰ ਲਓ, ਚਾਹੇ ਦੁਬਾਰਾ ਟਾਈਪ ਕਰਨਾ ਤੁਸੀਂ ਦੁਬਾਰਾ ਟਾਈਪ ਕਰ ਲਿਓ, ਠੀਕ ਹੈ। ਟਾਈਮ ਦਾ ਧਿਆਨ ਵੀ ਰੱਖਣਾ, ਉੱਥੇ ਟਾਈਮ ਵੀ ਤੁਹਾਨੂੰ ਕੀ ਹੈ 10-15 ਮਿੰਟ ਹੀ ਮਿਲੂਗੇ, ਠੀਕ ਹੈ। 10 ਮਿੰਟ ਮਿਲਣਗੇ ਸ਼ਾਇਦ ਮੈਨੂੰ ਲੱਗਦਾ। ਤਾਂ ਇੱਥੇ ਸਬਜੈਕਟ 2 ਲਿਖਣਾ ਆਪਾਂ, ਠੀਕ ਹੈ ਜੀ। ਆਪਾਂ ਸਬਜੈਕਟ 2 ਲਿਖ ਦਿੰਦੇ ਆ। ਤਾਂ ਆਪਣਾ ਟੇਬਲ ਹੋ ਗਿਆ ਤਿਆਰ। ਤੇ ਹੁਣ ਬੰਦੇ ਹੈ ਕਿੰਨੇ ਆਪਣੇ ਕੋਲੇ, 5 ਜਾਣੇ ਨੇ, ਠੀਕ ਹੈ। ਧਿਆਨ ਰੱਖਣਾ 5 ਜਾਣੇ ਨੇ। ਤਾਂ ਆ ਦੇਖੋ ਮੈਂ ਸੀਰੀਅਲ ਨੰਬਰ ਪਾ ਰਿਹਾ। ਸੀਰੀਅਲ ਨੰਬਰ ਪਾਉਣ ਵਾਸਤੇ ਬੇਟਾ ਤੁਸੀਂ ਡਰੈਗ ਐਂਡ ਡ੍ਰੌਪ ਵੀ ਕਰ ਸਕਦੇ ਹੋ, ਠੀਕ ਹੈ ਜੀ। ਡਰੈਗ ਐਂਡ ਡ੍ਰੌਪ ਕਰ ਸਕਦੇ ਹੋ। ਆਪਣੇ ਕੋਲ 5 ਜਾਣੇ ਤੇ 5 ਆਪਾਂ ਕੀ ਕਰ ਲਾਂਗੇ, ਡਰੈਗ ਐਂਡ ਡ੍ਰੌਪ ਕਰ ਲਾਂਗੇ, ਠੀਕ ਹੈ ਜੀ। 5 ਹੋ ਗਏ ਆਪਣੇ ਕੋਲ, 5 ਹੋ ਗਏ। ਹੁਣ ਦੇਖੋ ਆਪਣਾ ਮੇਰਾ ਟੇਬਲ ਤਿਆਰ ਹੋ ਗਿਆ, ਪਰ ਮੈਂ ਇਹ ਬਾਰਡਰ ਨਹੀਂ ਲਗਾਇਆ। ਤਾਂ ਬਾਰਡਰ ਕਿਵੇਂ ਲਗਾਉਣਾ ਹੈ ਬੇਟੇ, ਇਹਨੂੰ ਕੀ ਕਰਨਾ, ਸਿਲੈਕਟ ਕਰਕੇ ਜਿੰਨਾ ਵੀ ਟੇਬਲ ਹੈਗਾ ਉਹਨੂੰ ਸਿਲੈਕਟ ਕਰ ਲੈਣਾ ਬੇਟੇ। ਸਿਲੈਕਟ ਕਰਨ ਤੋਂ ਬਾਅਦ ਦੇਖੋ ਆ ਹੈ ਬਾਰਡਰ, ਠੀਕ ਹੈ ਜੀ। ਆ ਬਾਰਡਰ ਆ ਗਿਆ ਨਾ, ਤਾਂ ਬਾਰਡਰ ਦੇ ਵਿੱਚ ਜਾ ਕੇ ਆਲ ਬਾਰਡਰ ਕਰਨਾ ਆਪਾਂ। ਆਲ ਬਾਰਡਰ ਦਾ ਮਤਲਬ ਹੁੰਦਾ ਹਰੇਕ ਸੈੱਲ ਤੇ ਹਰੇਕ ਰੋ ਨੂੰ। ਤੇ ਇਹਨੂੰ ਆਪਾਂ ਕੀ ਕਰਨਾ ਜੀ, ਸੈਂਟਰਲਾਈਜ਼, ਕਿਉਂਕਿ ਇੱਥੇ ਸੈਂਟਰਲਾਈਜ਼ ਕੀਤਾ ਹੋਇਆ। ਧਿਆਨ ਰੱਖਣਾ ਜੇ ਜੋ ਉਹਨਾਂ ਨੇ ਕੀਤਾ ਹੋਊਗਾ, ਦੇਖੋ ਸੈਂਟਰਲ ਸਾਰਾ ਜਿਹੜਾ ਅਲਾਈਨਮੈਂਟ ਹੈਗੀ ਸੈਂਟਰ ਕੀਤੀ ਹੋਈ ਹੈ। ਤਾਂ ਸੈਂਟਰ ਦੇ ਵਿੱਚ ਮੈਂ ਕਰਤਾ। ਹੁਣ ਟੇਬਲ ਆਪਣਾ ਤਿਆਰ ਹੋ ਗਿਆ। ਦੇਖੋ ਸੇਮ ਟੇਬਲ ਆਪਣਾ ਤਿਆਰ ਹੋ ਗਿਆ। ਦੇਖੋ ਹਜੇ ਮੈਂ ਕੋਈ ਵੀ ਫਾਰਮੈਟਿੰਗ ਨਹੀਂ ਕੀਤੀ, ਜਸਟ ਮੈਂ ਟੇਬਲ ਜੋ ਮੈਨੂੰ ਹਾਰਡ ਕਾਪੀ 'ਚ ਦਿੱਤਾ ਗਿਆ ਸੀਗਾ ਉਹੀ ਮੈਂ ਤਿਆਰ ਕੀਤਾ ਹੈ। ਹੁਣ ਜਿਵੇਂ ਜਿਵੇਂ ਕਹੀ ਜਾਊਗਾ ਬੇਟੇ ਉਵੇਂ ਉਵੇਂ ਕਰਨਾ। ਹੁਣ ਕਹਿੰਦਾ ਕੀ ਆ, ਧਿਆਨ ਨਾਲ ਪੜੋ। ਕਹਿੰਦਾ ਡਰਾ ਕਰ ਲਓ ਟੇਬਲ ਐਕਸਲ ਸ਼ੀਟ ਤੇ। ਆਪਾਂ ਕਰ ਲਿਆ ਡਰਾ, ਪਰ ਆਪਾਂ ਅਜੇ ਆ ਨਾਮ ਵਗੈਰਾ ਨਹੀਂ ਕੀਤੇ, ਇਹ ਵੀ ਆਪਾਂ ਕਰ ਲੈਣੇ ਆ ਜਲਦੀ ਜਲਦੀ। ਤਾਂ ਨਾਮ ਵਗੈਰਾ ਆਪਾਂ ਕਰ ਲੈਣੇ ਆ। ਹੁਣ ਦੇਖੋ ਤੁਸੀਂ ਆਪਣੇ ਆਪ ਕਰਨੇ ਨੇ, ਠੀਕ ਹੈ, ਨਾਮ ਵਗੈਰਾ, ਠੀਕ ਹੈ। ਜਿਵੇਂ ਹੁਣ ਮੈਂ ਮੰਨ ਲਓ ਮੈਂ ਤਾਂ ਤੁਹਾਡੇ ਸਾਹਮਣੇ ਕਰ ਰਿਹਾ, ਟਾਈਮ ਲੱਗ ਰਿਹਾ ਹੋਊਗਾ। ਜਿਵੇਂ ਰੀਟਾ ਹੈ, ਠੀਕ ਹੈ, ਤੁਹਾਡੇ ਸਾਹਮਣੇ ਤਾਂ ਹਾਰਡ ਕਾਪੀ ਹੋਊਗੀ, ਜਲਦੀ ਜਲਦੀ ਕਰ ਲਓਗੇ। ਰੀਟਾ ਮਨਜਿੰਦਰ ਸਿੰਘ ਹੈ, ਠੀਕ ਹੈ ਜੀ। ਮੈਂ ਕਰਕੇ ਵੀ ਦਿਖਾ ਦਿੰਦਾ, ਮੈਂ ਤਾਂ ਕਰਕੇ ਦਿਖਾ ਰਿਹਾ ਕਿ ਕਈ ਬੱਚਿਆਂ ਨੂੰ ਇਹ ਹੋਊਗਾ ਵੀ ਅਸੀਂ ਕਿਸ ਤਰ੍ਹਾਂ ਕਰਾਂਗੇ। ਤਾਂ ਘਬਰਾਉਣਾ ਨਹੀਂ, ਆਰਾਮ ਨਾਲ ਕਰਿਓ। ਮਨਜਿੰਦਰ ਸਿੰਘ ਹੈ। ਇਸ ਤੋਂ ਬਾਅਦ ਕੀ ਹੈ, ਵਿਪਨ ਕੁਮਾਰ, ਨੇਹਾ ਰਾਣੀ, ਠੀਕ ਹੈ ਜੀ। ਵਿਪਨ, ਧਿਆਨ ਰੱਖਣਾ ਫਸਟ ਲੈਟਰ ਜੋ ਵੀ ਕੈਪੀਟਲ ਲਿਖਿਆ ਹੋਇਆ ਤਾਂ ਉਸ ਤਰ੍ਹਾਂ ਹੀ ਲਿਖਣਾ ਹੈ। ਆਪਣੀ ਮਰਜ਼ੀ ਨਹੀਂ ਕਰਨੀ ਕਿ ਹਾਂ ਅਸੀਂ ਓਵਰ ਸਮਾਰਟ ਬਣ ਗਏ, ਅਸੀਂ ਆਪਣੀ ਮਰਜ਼ੀ ਨਾਲ ਉੱਥੇ ਕੁਝ ਵੀ ਕਰੀ ਜਾਵਾਂਗੇ।
ਉਹੀ ਮਿਸਟੇਕ ਉਹ ਲੱਭਣਗੇ। ਵੀਰਪਾਲ ਕੌਰ ਲਾਸਟ ਤੇ, ਠੀਕ ਹੈ ਜੀ। ਇਹ ਆ ਗਿਆ ਜੀ ਆਪਣੇ ਕੋਲੇ, ਠੀਕ ਹੈ ਜੀ। ਟੇਬਲ ਤਿਆਰ ਹੋ ਗਿਆ। ਹੁਣ ਮਾਰਕਸ ਆਪਾਂ ਲਗਾ ਲੈਂਦੇ ਆ। ਪਹਿਲਾਂ ਕਿੰਨੇ ਆ ਜੀ 75 80 80 75 88, ਠੀਕ ਹੈ ਜੀ। ਆਪਾਂ ਹੁਣ ਇੱਥੇ ਭਰ ਲੈਂਦੇ ਆ, ਠੀਕ ਹੈ ਜੀ। 75 ਮੈਨੂੰ ਤਾਂ ਟਾਈਮ ਲੱਗ ਰਿਹਾ ਕਿਉਂਕਿ ਮੇਰੇ ਕੋਲੇ ਹਾਰਡ ਕਾਪੀ ਨਹੀਂ ਹੈਗੀ, ਠੀਕ ਹੈ। ਤੁਹਾਡੇ ਕੋਲ ਹਾਰਡ ਕਾਪੀ ਹੋਊਗੀ ਟਾਈਮ ਘੱਟ ਲੱਗੂਗਾ। 88 54 79, ਠੀਕ ਹੈ ਜੀ। ਇਹ ਸਾਰਾ ਟੇਬਲ ਐਨ ਤਸੱਲੀ ਨਾਲ ਤਿਆਰ ਕਰਨਾ ਹੈ, ਠੀਕ ਹੈ। 65 ਲਾਸਟ ਤੇ ਇਹ ਆਪਣੇ ਕੋਲੇ ਮਾਰਕਸ 1 ਹੋ ਗਏ, ਠੀਕ ਹੈ ਜੀ। ਹੁਣ ਮਾਰਕਸ 2 ਕਿਹੜੇ ਆ ਆਪਣੇ ਕੋਲੇ 80 75 62 80, ਠੀਕ ਹੈ ਜੀ। 75 62 ਇਸ ਤੋਂ ਬਾਅਦ ਲਾਸਟ ਦੇ ਵਿੱਚ ਕਿੰਨੇ ਆ ਗਏ ਆਪਣੇ ਕੋਲੇ 88 ਤੇ 75 88 ਤੇ 75। ਆਹ ਟੇਬਲ ਆਪਣਾ ਤਿਆਰ ਹੋ ਗਿਆ ਜੋ ਉਹਨਾਂ ਨੇ ਹਾਰਡ ਕਾਪੀ ਦਿੱਤਾ ਸੀਗਾ। ਇਹਨੂੰ ਨਾਲ ਨਾਲ ਸੇਵ ਕਰ ਲੈਣਾ ਬੇਟੇ ਉੱਥੇ, ਠੀਕ ਹੈ ਜੀ। ਇਹਨੂੰ ਸੇਵ ਕਰ ਲੈਣਾ ਫਾਈਲ ਨੂੰ, ਠੀਕ ਹੈ। ਫਾਈਲ ਵੀ ਉਹਨਾਂ ਨੇ ਕਈ ਵਾਰੀ ਕਿਹਾ ਹੋਊਗਾ ਤੁਹਾਨੂੰ ਵੀ, ਉਹ ਮੈਂ ਅਗਲੇ ਸਟੈਪ 'ਚ ਕਰਵਾਉਂਗਾ। ਅੱਜ ਟੈਸਟ 1 ਹੈ, ਟੈਸਟ 2 ਜਾਂ 3 'ਚ ਕਰਵਾਉਂਗਾ ਵੀ ਉਹਨਾਂ ਨੇ ਇਹ ਵੀ ਕਿਹਾ ਹੋਊਗਾ ਵੀ ਫਾਈਲ ਫਲਾਣੇ ਫਾਰਮੈਟ ਦੇ ਵਿੱਚ ਸੇਵ ਕਰਨੀ ਆ, ਫਲਾਣੇ ਨਾਮ ਨਾਲ ਕਰਨੀ ਆ, ਫਲਾਣੇ ਰੋਲ ਨੰਬਰ ਨਾਲ ਕਰਨੀ ਹੈ। ਕਈ ਬੱਚਿਆਂ ਨੂੰ ਉਹ ਵੀ ਨਹੀਂ ਕਰਨੀ ਆਉਂਦੀ, ਉਹ ਵੀ ਸਿਖਾਉਂਗਾ ਮੈਂ। ਅੱਜ ਦੀ ਘੜੀ ਕੁਛ ਨਹੀਂ, ਅੱਜ ਸਿਰਫ ਬੇਸਿਕ ਕਰ ਰਹੇ ਆਪਾਂ। ਹੁਣ ਹੋ ਗਿਆ ਟੇਬਲ ਤਿਆਰ। ਹੁਣ ਜਿਵੇਂ ਜਿਵੇਂ ਉਹ ਕਹਿਣਗੇ ਆਪਾਂ ਉਵੇਂ ਉਵੇਂ ਕਰਨਾ ਹੈ। ਕਹਿੰਦਾ ਵੀ ਡਰਾਅ ਕਰ ਲਿਆ ਟੇਬਲ, ਕਹਿੰਦਾ ਫਾਰਮੈਟ ਦਾ ਮਤਲਬ ਹੁੰਦਾ ਕਿ ਜਿਵੇਂ ਉਹ ਕਹਿਣਗੇ ਆਪਾਂ ਨੂੰ ਉਵੇਂ ਫਾਰਮੈਟਿੰਗ ਕਰਨੀ ਪਊਗੀ। ਕਹਿੰਦਾ ਜੀ ਟੈਕਸਟ ਦਾ ਜਿਹੜਾ ਸਾਈਜ਼ ਹੈਗਾ 20 ਕਰ ਦਿਓ। ਸਾਰਾ ਜਿੰਨਾ ਟੈਕਸਟ ਹੈਗਾ ਉਹ ਸਾਈਜ਼ ਸਾਰਿਆਂ ਦਾ 20 ਕਰ ਦੇਣਾ ਆਪਾਂ। ਤਾਂ ਆਪਾਂ ਸਾਈਜ਼ 20 ਕਰ ਦਿੰਦੇ ਸਾਰੇ ਦਾ। ਤਾਂ ਸਾਰੇ ਨੂੰ ਸਿਲੈਕਟ ਕਰਨ ਵਾਸਤੇ ਆਪਾਂ ਲੈਫਟ ਤੋਂ ਜਾ ਕੇ ਮਾਊਸ ਨੂੰ, ਠੀਕ ਹੈ, ਡਰੈਗ ਐਂਡ ਡ੍ਰੌਪ ਕਰ ਦਾਂਗੇ। ਲੈਫਟ ਬਟਨ ਆਪਣਾ ਮਾਊਸ ਦਾ। ਤਾਂ ਟੈਕਸਟ ਦਾ ਸਾਈਜ਼ ਇੱਥੋਂ ਦੇਖੋ ਸਾਈਜ਼ ਹੁੰਦਾ ਆ। ਤਾਂ ਸਾਈਜ਼ ਆਪਾਂ ਕੀ ਕਰ ਦਾਂਗੇ ਰਾਜੇ 20 ਕਰ ਦਾਂਗੇ। ਬਾਈ ਡਿਫਾਲਟ 11 ਹੁੰਦਾ ਤੇ ਆਪਾਂ ਸਾਰਿਆਂ ਦਾ ਕੀ ਕਰਤਾ ਜੀ 20 ਸਾਈਜ਼ ਕਰਤਾ। ਹੁਣ ਤੁਸੀਂ ਦੇਖੋ ਸਾਈਜ਼ ਵਧਾਉਣ ਤੋਂ ਬਾਅਦ ਕੀ ਹੈ, ਕਈ ਚੀਜ਼ਾਂ ਕੀ ਹੋ ਗਈਆਂ ਅਨਹਾਈਡ ਹੋ ਗਈਆਂ, ਸੌਰੀ ਹਾਈਡ ਹੋ ਗਈਆਂ। ਇਹਨੂੰ ਅਨਹਾਈਡ ਕਿਵੇਂ ਕਰਨਾ, ਐਡਜਸਟ ਕਰਨਾ ਬੇਟੇ ਇਹਦੇ ਵਿੱਚ। ਤਾਂ ਮੈਂ ਉਹੀ ਸੇਮ ਤਰੀਕਾ ਕਾਲਮ ਦੇ ਬਿਲਕੁਲ ਰਾਈਟ ਕਾਰਨਰ ਤੇ ਜਾ ਕੇ ਡਬਲ ਕਲਿੱਕ ਕਰ ਦੋ। ਤਾਂ ਆਪਣਾ ਬਿਲਕੁਲ ਤਿਆਰ ਹੋ ਗਿਆ। ਇਹਨੂੰ ਫਿਰ ਸੇਵ ਕਰ ਲਿਆ ਕਰੋ। ਸੇਵ ਕਰਨ ਦੀ ਆਦਤ ਜ਼ਰੂਰ ਰੱਖਣੀ ਹੈ। ਹੁਣ ਕਹਿੰਦਾ ਕੀ ਆਪਾਂ ਨੂੰ ਕਹਿੰਦਾ ਭਾਈ ਨਾਲ ਜਿਹੜਾ ਫਾਉਂਟ ਫੇਸ ਹੈਗਾ ਉਹ ਕੈਲੀਬਰੀ ਰੱਖੋ। ਤਾਂ ਫਾਉਂਟ ਫੇਸ ਕੀ ਪਤਾ ਹੋਰ ਕੋਈ ਹੋਵੇ, ਆਪਣਾ ਕੁਦਰਤੀ ਕੈਲੀਬਰੀ ਆ। ਜੇ ਕਹਿ ਦੋ ਟਾਈਮਸ ਨਿਊ ਰੋਮਨ ਰੱਖੋ ਤਾਂ ਆਪਾਂ ਇਹਨੂੰ ਸਿਲੈਕਟ ਕਰਕੇ ਰਾਜੇ ਇੱਥੋਂ ਫਾਉਂਟ ਫੇਸ ਆ, ਇਹਨੂੰ ਫਾਉਂਟ ਫੇਸ ਬੋਲਦੇ ਆ। ਆਪਣਾ ਵੈਸੇ ਕੈਲੀਬਰੀ ਹੈ। ਜੇ ਕਹੂਗਾ ਏਰੀਅਲ ਬਲੈਕ ਰੱਖ ਦੋ, ਆਪਾਂ ਏਰੀਅਲ ਬਲੈਕ ਰੱਖ ਦਾਂਗੇ, ਜੋ ਮਰਜ਼ੀ ਕਰ ਦੋ, ਠੀਕ ਹੈ। ਬਟ ਉਹਨੇ ਕੈਲੀਬਰੀ ਕਿਹਾ ਤਾਂ ਆਪਾਂ ਕੈਲੀਬਰੀ ਆਲਰੇਡੀ ਆਪਣੇ ਕੋਲੇ ਕੈਲੀਬਰੀ ਹੈ, ਠੀਕ ਹੈ ਜੀ। ਕੈਲੀਬਰੀ ਆਪਾਂ ਰੱਖਿਆ ਹੋਇਆ ਫਾਉਂਟ ਫੇਸ, ਜਿਵੇਂ ਜਿਵੇਂ ਕਹੀ ਜਾਊਗਾ। ਇਸ ਤੋਂ ਬਾਅਦ ਹੋਰ ਕੀ ਕਹਿੰਦਾ ਆਪਾਂ ਨੂੰ, ਹੁਣ ਆਪਾਂ ਨੂੰ ਕਹਿ ਰਿਹਾ, ਕਹਿੰਦਾ ਜੀ ਜਿਹੜੀ ਟਾਈਟਲ ਰੋ ਹੈਗੀ ਹੈ ਟੇਬਲ ਦੀ ਉਹ ਬੋਲਡ ਹੋਵੇ ਤੇ ਉਹਦਾ ਸਾਈਜ਼ 22 ਹੋਵੇ। ਹੁਣ ਬਾਕੀਆਂ ਦਾ ਤਾਂ 20 ਹੈ। ਜਿਹੜੀ ਟਾਈਟਲ ਕਿਹੜਾ ਹੈਗਾ, ਟਾਈਟਲ ਰੋ ਕਿਹੜੀ ਹੈਗੀ ਆ, ਆਹ ਵਾਲੀ ਟੇਬਲ ਦੀ ਟਾਈਟਲ ਰੋ ਹੈ। ਇੱਕ ਤਾਂ ਕਹਿੰਦਾ ਜੀ ਇਹਨੂੰ ਬੋਲਡ ਕਰ ਦੋ। ਤਾਂ ਇੱਥੇ ਜਾ ਕੇ ਵੀ ਬੋਲਡ ਕਰ ਸਕਦੇ ਆ ਆਪਾਂ, ਕੰਟਰੋਲ B ਨਾਲ ਵੀ ਕਰ ਸਕਦੇ ਆ। ਸ਼ਾਰਟਕਟ ਯੂਜ਼ ਕਰਨਾ, ਸ਼ਾਰਟਕਟ ਕਰ ਲਿਓ। ਤਾਂ ਆਪਾਂ ਬੋਲਡ ਕਰਤਾ, ਕਹਿੰਦਾ ਇਹਦਾ ਸਾਈਜ਼ ਕੱਲੀ ਦਾ 22 ਕਰ ਦੋ, ਬਾਕੀਆਂ ਦਾ 20 ਹੈ। ਤਾਂ ਆਪਾਂ ਇਹਦਾ ਸਾਈਜ਼ ਕੀ ਕਰ ਦਿੰਦੇ ਆ 22 ਕਰ ਦਿੰਦੇ ਆ। ਕੋਈ ਚੱਕਰ ਨਹੀਂ ਹੈਗਾ। 22 ਕਰਨ ਤੋਂ ਬਾਅਦ ਇਹਨੂੰ ਥੋੜਾ ਜਿਹਾ ਐਡਜਸਟ ਕਰ ਦਿਓ, ਠੀਕ ਹੈ ਜੀ। ਐਡਜਸਟ ਕਰਨ ਨੂੰ ਮੈਂ ਤਾਂ ਕਹਿੰਦਾ ਜਦੋਂ ਐਗਜ਼ਾਮੀਨਰ ਚੈੱਕ ਕਰੂਗਾ ਉਹਨੂੰ ਥੋੜਾ ਦਿਖਣਾ ਚਾਹੀਦਾ ਵੀ ਤੁਸੀਂ ਕੰਮ ਕੀਤਾ ਢੰਗ ਨਾਲ, ਕਿਉਂਕਿ ਉਹਨਾਂ ਨੇ ਤੁਹਾਡੀ ਆਹੀ ਵੇਖਣੀ ਆ ਵੀ ਤੁਸੀਂ ਕਿੰਨੇ ਕੁ ਐਕਸਪਰਟ ਹੋ, ਠੀਕ ਹੈ। ਪ੍ਰੋਫੈਂਸੀ ਦਾ ਮਤਲਬ ਇਹੀ ਹੁੰਦਾ ਵੀ ਤੁਸੀਂ ਕਿੰਨੇ ਕੁ ਐਕਸਪਰਟ ਹੋ ਇਹਦੇ ਵਿੱਚ। ਤਾਂ ਮੈਂ ਇਹਨੂੰ ਫਿਰ ਸੇਵ ਕਰ ਲਿਆ। ਤਾਂ ਟੇਬਲ ਆਪਣਾ ਹੋ ਗਿਆ ਜੀ ਤਿਆਰ। ਆਪਾਂ 2 ਕੰਮ ਕਰ ਲਏ, ਟੇਬਲ ਤਿਆਰ ਕਰ ਲਿਆ ਜਿਵੇਂ ਉਹਨਾਂ ਨੇ ਕਿਹਾ ਸੀ ਉਵੇਂ ਫਾਰਮੈਟਿੰਗ ਕਰ ਲਈ। ਤਾਂ ਆਪਣਾ ਇੱਕ ਕੁਐਸਚਨ ਹੋ ਗਿਆ। ਕਹਿਣ ਦਾ ਭਾਵ ਆਪਣੇ ਕਿੰਨੇ ਹੋ ਗਏ, 2 ਨੰਬਰ ਆਪਣੇ ਕੀ ਹੋ ਗਏ, ਆਪਾਂ ਗੇਨ ਕਰ ਲਏ। ਹੁਣ ਕਹਿੰਦਾ ਜੀ ਡਰਾ ਜਾਂ ਇਨਸਰਟ ਕਰ ਲਓ ਕਾਲਮ ਟੋਟਲ ਮਾਰਕਸ ਦਾ। ਤਾਂ ਆਪਾਂ ਇੱਕ ਨਵਾਂ ਕਾਲਮ ਇਨਸਰਟ ਕਰਨਾ ਟੋਟਲ ਮਾਰਕਸ ਦਾ। ਤਾਂ ਆਪਾਂ ਇੱਥੇ ਇਨਸਰਟ ਕਰ ਲੈਂਦੇ ਆ ਵਿੱਚ ਟੋਟਲ, ਠੀਕ ਹੈ ਜੀ, ਮਾਰਕਸ ਤੇ ਮਾਰਕਸ। ਹੁਣ ਦੇਖੋ ਜਦੋਂ ਮੈਂ ਇਹਨੂੰ ਕੀਤਾ ਤਾਂ ਦੇਖੋ ਟੋਟਲ ਮਾਰਕਸ ਵਾਲਾ ਇਹ ਆਪਣੇ ਆਪ ਫਾਰਮੈਟਿੰਗ ਚੱਕ ਲਈ ਜਾਣੀ। ਕਈ ਵਾਰ ਨਹੀਂ ਚੱਕੂਗਾ, ਤੁਹਾਨੂੰ ਸੇਮ ਕਰਨੀ ਪਊਗੀ 22 ਬੋਲਡ ਕਰਕੇ। ਹੁਣ ਦੇਖੋ ਇਹ ਹੁਣ ਜਦੋਂ ਆਪਾਂ ਦੇਖਿਆ ਵੀ ਇਹਦਾ ਬਾਰਡਰ ਨਹੀਂ ਆ ਰਿਹਾ ਤਾਂ ਰਾਜੇ ਇਹਨੂੰ ਕੀ ਕਰਨਾ, ਤੁਸੀਂ ਬਾਰਡਰ ਕਰ ਲੈਣਾ। ਚਾਹੇ ਸਾਰੇ ਨੂੰ ਸਿਲੈਕਟ ਕਰ ਲਓ, ਚਾਹੇ ਐਂਡ ਵਾਲੇ ਨੂੰ ਕਰ ਲਓ। ਆ ਦੇਖੋ ਆਲ ਬਾਰਡਰ, ਠੀਕ ਹੈ, ਆਲ ਬਾਰਡਰ ਹੋਇਆ ਪਿਆ ਤੇ ਇਹ ਬਾਰਡਰ ਹੋ ਗਿਆ। ਤਾਂ ਆਪਾਂ ਟੋਟਲ ਮਾਰਕਸ ਵਾਲਾ ਕੀ ਕਰ ਲਿਆ ਰਾਜੇ, ਇਨਸਰਟ ਕਰ ਲਿਆ। ਤੇ ਆਪਣੇ 2 ਕੁਐਸਚਨ ਕੀ ਹੋ ਗਏ, ਪੂਰੇ ਹੋ ਗਏ। ਵੈਸੇ ਆਪਾਂ ਪਾਸ ਹੋ ਚੁੱਕੇ ਆ, ਅੱਗੇ ਨਾ ਵੀ ਕਰਾਂਗੇ ਤਾਂ ਵੀ ਕੋਈ ਚਿੰਤਾ ਨਹੀਂ। ਬਟ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਤੁਸੀਂ ਸਾਰਾ ਕਰਕੇ ਆਇਓ। ਥੋੜਾ ਜਿਹਾ ਬੰਦੇ ਤੇ ਪ੍ਰਭਾਵ ਪੈਂਦਾ ਨਾ, ਬੰਦੇ ਨੂੰ ਸਾਰਾ ਹੀ ਆਉਂਦਾ, ਤਾਂ ਮੈਂ ਕਹੂੰਗਾ ਵੀ ਸਾਰਾ ਹੀ ਕਰਕੇ ਆਇਓ। ਹੁਣ ਅਗਲਾ 3rd ਕੁਐਸਚਨ ਕੀ ਕਹਿੰਦਾ ਹੈ, ਅਗਲਾ ਕੁਐਸਚਨ ਕਹਿੰਦਾ ਜੀ ਫਾਈਂਡ ਦਾ ਟੋਟਲ ਮਾਰਕਸ ਬਾਈ ਯੂਜ਼ਿੰਗ ਦਾ ਸਮ ਫੰਕਸ਼ਨ। ਹੁਣ ਮਾਰਕਸ ਪਤਾ ਕਰਨੇ ਪਰ ਸਮ ਫੰਕਸ਼ਨ ਦੀ ਵਰਤੋਂ ਕਰਕੇ। ਆਪਣੇ ਆਪ ਦਿਮਾਗ ਨਹੀਂ ਲਾਉਣਾ, ਉੱਤੇ ਫਾਰਮੂਲਾ ਨਹੀਂ ਲਾਉਣ ਲੱਗ ਜਾਣਾ, ਕੋਈ ਹੋਰ ਫੰਕਸ਼ਨ ਨਹੀਂ ਲਾਉਣਾਗਾ। ਜੋ ਉਹਨਾਂ ਨੇ ਕਿਹਾ ਉਹੀ ਕਰਨਾ ਹੈ। ਤਾਂ ਸਮ ਫੰਕਸ਼ਨ ਲਗਾ ਦਿੰਨੇ ਆਪਾਂ। ਜੇ ਉਹਨੇ ਕਿਹਾ ਵੀ ਹਾਂ ਫਾਈਂਡ ਦਾ ਸਮ, ਚਾਹੇ ਤੁਸੀਂ ਕੋਈ ਵੀ ਤਰੀਕਾ ਲਗਾ ਲਿਓ, ਪਰ ਜੇ ਤੁਹਾਨੂੰ ਸਮ ਫੰਕਸ਼ਨ ਕਿਹਾ ਤਾਂ ਤੁਹਾਨੂੰ ਸਮ ਫੰਕਸ਼ਨ ਹੀ ਕਰਨਾ ਪਊਗਾ। ਤਾਂ ਹੁਣ ਆਪਾਂ ਕੀ ਕਰਨਾ ਰਾਜੇ, ਕਹਿੰਦਾ ਕੀ ਹੈ ਵੀ ਕਹਿੰਦਾ ਫਾਈਂਡ ਦਾ ਟੋਟਲ ਮਾਰਕਸ ਬਾਈ ਯੂਜ਼ਿੰਗ ਦਾ ਸਮ ਫੰਕਸ਼ਨ। ਤਾਂ ਆਪਾਂ ਟੋਟਲ ਮਾਰਕਸ ਪਤਾ ਕਰ ਲੈਣੇ ਬੇਟੇ। ਟੋਟਲ ਮਾਰਕਸ ਦੇਖੋ ਫੰਕਸ਼ਨ ਜਾਂ ਫਾਰਮੂਲਾ ਲਗਾਉਣ ਵਾਸਤੇ ਪਹਿਲਾਂ ਆਪਾਂ ਨੂੰ ਇਕੁਅਲ ਟੂ ਲਗਾਉਣਾ ਪੈਂਦਾ ਹੈ। ਹੁਣ ਦੇਖੋ ਧਿਆਨ ਨਾਲ, ਇਹਦੀ ਵੀ ਦੇਖੋ ਫਾਰਮੈਟਿੰਗ ਛੋਟੀ ਆ ਰਹੀ ਹੈ। ਤਾਂ ਆਪਾਂ ਇਹਨੂੰ ਪਹਿਲਾਂ ਕੀ ਕਰ ਲਾਂਗੇ ਰਾਜੇ, ਇਹਨੂੰ ਆਪਾਂ ਕੀ ਕਰ ਲਾਂਗੇ ਪਹਿਲਾਂ ਹੀ 20 ਸਾਈਜ਼ ਕਰ ਲਾਂਗੇ। ਇਹਦਾ ਵੀ ਸਾਈਜ਼ ਕੀ ਕਰ ਲਾਂਗੇ 20 ਕਰ ਲਾਂਗੇ, ਠੀਕ ਹੈ। ਬਾਅਦ ਚ ਵੀ ਫਾਰਮੈਟਿੰਗ ਹੋ ਸਕਦੀ ਹੈ, ਪਹਿਲਾਂ ਹੀ ਕਰ ਲਈ। ਪਹਿਲਾਂ ਤਾਂ ਕੀਤੀ ਤੁਹਾਨੂੰ ਦਿਖ ਜਾਵੇ ਫਾਰਮੂਲਾ। ਹੁਣ ਦੇਖੋ ਇਕੁਅਲ ਟੂ ਸਿੰਬਲ ਆ ਗਿਆ। ਸਮ ਫੰਕਸ਼ਨ ਯੂਜ਼ ਕਰਨਾ। ਜਿਹੜੇ ਫੰਕਸ਼ਨ ਹੁੰਦੇ ਬੇਟੇ ਉਹ ਇਨਬਿਲਟ ਹੁੰਦੇ ਆ, ਦੇਖੋ ਆਪਣੇ ਆਪ ਹੀ ਆ ਗਏ ਨਾ, ਸਮ ਦੇ ਸਾਰੇ ਫੰਕਸ਼ਨ ਆ ਗਏ।
ਠੀਕ ਹੈ। ਜਾਂ ਇੱਥੇ ਡਬਲ ਕਲਿੱਕ ਕਰ ਦੋਗੇ ਆਟੋਮੈਟਿਕਲੀ ਇਨਸਰਟ ਹੋ ਜਾਊਗਾ। ਜੇ ਨਹੀਂ ਕਰਨਾ ਤਾਂ ਇੱਥੇ ਕੀ ਕਰ ਦੋ ਤੁਸੀਂ ਰਾਉਂਡ ਬ੍ਰੈਕਟ ਸਟਾਰਟ ਕਰ ਲਓ ਤਾਂ ਸਮ ਫੰਕਸ਼ਨ ਸ਼ੁਰੂ ਹੋ ਗਿਆ। ਹੁਣ ਸਮ ਕਰਨਾ ਕਿਹਦਾ ਬੇਟੇ ਮਾਰਕਸ 1 ਤੇ ਮਾਰਕਸ 2 ਦਾ ਸਮ ਕਰਨਾ ਹੈ। ਤਾਂ ਆਪਾਂ ਕੀ ਕਰਨਾ ਇੱਥੇ ਇਹਨੂੰ ਸਿਲੈਕਟ ਕਰਨਾ। ਦੇਖੋ ਆਪਣੇ ਆਪ ਕੀ ਕਰ ਲੂਗਾ ਤਾਂ ਸੈੱਲ ਐਡਰੈਸ ਚੱਕ ਲੂਗਾ। ਹੁਣ ਕੀ ਕਰਨਾ ਆਪਾਂ ਇੱਥੋਂ ਸ਼ਿਫਟ ਆਪਾਂ ਕੀ ਕਰਨਾ ਜੀ ਸ਼ਿਫਟ ਨੱਪ ਕੇ ਪਲੱਸ ਦਾ ਸਿੰਬਲ ਪਾਉਣਾ ਹੈ ਕਿਉਂਕਿ ਜਿਹੜਾ ਪਲੱਸ ਦਾ ਸਿੰਬਲ ਹੈ ਉੱਪਰ ਹੁੰਦਾ ਬੇਟੇ ਉੱਪਰ ਵਾਲੀ ਕੀ ਦੇ ਵਿੱਚ ਹੁੰਦਾ ਇੱਕ ਪਲੱਸ ਹੁੰਦਾ ਇੱਕ ਇਕੁਅਲ ਟੂ ਹੁੰਦਾ ਪਲੱਸ ਵਾਲਾ ਉੱਪਰ ਹੁੰਦਾ ਤਾਂ ਸ਼ਿਫਟ ਕੀ ਨੱਪ ਕੇ ਪਾਊਗਾ ਤਾਂ ਪਲੱਸ ਹੁਣ ਆਪਾਂ ਕਰਨਾ ਕੀ ਹੈ ਸਮ ਆਫ ਮਾਰਕਸ 2 ਤਾਂ ਇਹਨੇ ਦੇਖੋ ਫਾਰਮੂਲਾ ਮੇਰਾ ਤਿਆਰ ਹੋ ਗਿਆ। ਹੁਣ ਮੈਂ ਕੀ ਕਰਨਾ ਇੱਥੇ ਰਾਜੇ ਰਾਉਂਡ ਬ੍ਰੈਕਟ ਬੰਦ ਕਰਨੀ ਹੈ ਤਾਂ ਰਾਉਂਡ ਬ੍ਰੈਕਟ ਬੰਦ ਕਰਤੀ ਮੈਂ ਐਂਟਰ ਮਾਰ ਦੂੰਗਾ ਤਾਂ ਮੇਰੇ ਕੋਲ ਸਮ ਹੋ ਕੇ ਆ ਗਿਆ। ਦੇਖੋ 75 ਪਲੱਸ 80 ਕਿੰਨਾ ਹੁੰਦਾ ਜੀ 155। ਹੁਣ ਸਾਰਿਆਂ ਵਿੱਚ ਫਾਰਮੂਲਾ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਇੱਥੋਂ ਕਾਪੀ ਕਰ ਲਾਂਗੇ ਡਰੈਗ ਐਂਡ ਡ੍ਰੌਪ ਬੋਲਦੇ ਇਹਨੂੰ। ਆ ਦੇਖੋ ਸਿੰਬਲ ਜਦੋਂ ਇੱਥੇ ਲੈ ਕੇ ਜਾਊਂਗਾ ਬਿਲਕੁਲ ਰਾਈਟ ਕਾਰਨਰ ਤੇ ਤਾਂ ਮੈਂ ਇਹਨੂੰ ਫਾਰਮੂਲੇ ਨੂੰ ਥੱਲੇ ਕਰੂੰਗਾ ਤੇ ਆਟੋਮੈਟਿਕਲੀ ਕੀ ਕਰ ਦੂਗਾ ਰਾਜੇ ਇਹਨਾਂ ਦਾ ਸਮ ਕਰ ਦੂਗਾ ਸਾਰਿਆਂ ਦਾ। ਤੁਸੀਂ ਮੈਨੂਅਲੀ ਕਰਕੇ ਦੇਖ ਲਿਓ ਕਿਤੇ ਗਲਤ ਨਾ ਲਾਇਆ ਹੋਵੇ ਫਾਰਮੂਲਾ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ ਜਿਵੇਂ ਹੁਣ ਆ ਦੇਖੋ ਕੋਈ ਵੀ ਚੈੱਕ ਕਰ ਲਓ ਜਿਹੜਾ ਸੌਖਾ ਲੱਗਦਾ ਆ ਕਰ ਲਓ ਚਾਹੇ ਹਨਾ ਤੇ 70 ਤੇ ਆ ਦੇਖੋ 70 70 ਠੀਕ ਹੈ ਜੀ 5 5 ਇਹਨੂੰ ਕਰ ਲਓ ਹਨਾ 70 70 140 ਤੇ 140 ਆ ਗਿਆ ਆਪਣਾ। ਤਾਂ ਕਹਿਣ ਦਾ ਭਾਵ ਆਪਣਾ ਕੀ ਆ ਗਿਆ ਜੀ ਟੋਟਲ ਮਾਰਕਸ ਆ ਗਈ ਟੋਟਲ ਮਾਰਕਸ ਆ ਗਏ। ਠੀਕ ਹੈ ਜੀ ਚਾਹੇ ਰਾਈਟ ਸਾਈਡ ਤੇ ਭਾਈ ਇਹਨੂੰ ਸੈਂਟਰ 'ਚ ਕਰਨਾ ਸੈਂਟਰ 'ਚ ਕਰ ਲਓ ਕਿਉਂਕਿ ਉਹਨਾਂ ਨੇ ਕਿਹਾ ਤਾਂ ਹੈ ਨਹੀਂ ਆਪਾਂ ਨੂੰ ਪਰ ਆਪਾਂ ਫਿਰ ਵੀ ਸੈਂਟਰ 'ਚ ਕਰ ਲੈਣੇ ਇਹਨੂੰ ਸੋਹਣਾ ਲੱਗੂਗਾ ਥੋੜਾ ਜਿਹਾ ਤਾਂ ਸੈਂਟਰ 'ਚ ਕਰ ਲਿਆ। ਹੁਣ ਆਪਣੇ 4 ਕੁਐਸਚਨ ਹੋ ਗਏ ਤੁਹਾਡੇ ਸਾਹਮਣੇ ਕਿੰਨੇ ਕੁਐਸਚਨ ਹੋ ਗਏ ਆਪਣੇ 3 ਕੁਐਸਚਨ ਹੋ ਗਏ ਸੌਰੀ 3 ਕੁਐਸਚਨ ਹੋ ਗਏ। ਚੌਥਾ ਕੁਐਸਚਨ ਕੀ ਕਹਿੰਦਾ ਆਲਸੋ ਫਾਈਂਡ ਦਾ ਐਵਰੇਜ ਆਫ ਟੋਟਲ ਮਾਰਕਸ। ਹੁਣ ਐਵਰੇਜ ਆਪਾਂ ਫਾਈਂਡ ਆਊਟ ਕਰਨੀ ਹੈ ਬੇਟੇ। ਹੁਣ ਐਵਰੇਜ ਫਾਈਂਡ ਆਊਟ ਕਰਨੀ ਆਪਾਂ ਇੱਥੇ ਹੀ ਫਾਈਂਡ ਆਊਟ ਕਰਾਂਗੇ ਐਵਰੇਜ ਤਾਂ ਆਪਾਂ ਇੱਥੇ ਕੀ ਕਰਾਂਗੇ ਬੇਟੇ ਇੱਥੇ ਆਪਾਂ ਲਿਖ ਲਾਂਗੇ। ਠੀਕ ਹੈ ਜੀ ਆਪਾਂ ਇੱਥੇ ਦੇਖੋ ਸੋਹਣਾ ਲੱਗੂਗਾ ਜੇ ਲਿਖ ਲਓਗੇ ਤਾਂ ਬਹੁਤ ਵਧੀਆ। ਦੇਖੋ ਆ ਮੈਂ ਤੁਹਾਡੇ ਸਾਹਮਣੇ ਬਣਾਇਆ ਨਾ ਆ ਦੇਖੋ ਤਾਂ ਆਪਾਂ ਇੱਥੇ ਲਿਖ ਲਾਂਗੇ ਐਵਰੇਜ ਆਫ ਟੋਟਲ ਮਾਰਕਸ ਥੋੜਾ ਸੋਹਣਾ ਲੱਗੂਗਾ ਤੁਸੀਂ ਲਿਖ ਲੈਣਾ ਜੇ ਉਹਨਾਂ ਨੇ ਕਿਹਾ ਵੀ ਨਹੀਂ ਹੈਗਾਗਾ ਤਾਂ ਆਪਾਂ ਇੱਥੇ ਲਿਖ ਲੈਣੇ ਇਹਨੂੰ ਬਾਅਦ ਚ ਕੀ ਕਰ ਲਾਂਗੇ ਆਪਾਂ ਆ ਦੇਖੋ ਐਵਰੇਜ ਆਫ ਟੋਟਲ ਮਾਰਕਸ ਠੀਕ ਹੈ ਨਾਲ ਇਕੁਅਲ ਟੂ ਸਿੰਬਲ ਲਗਾ ਲਓ। ਹੁਣ ਦੇਖੋ ਤੁਸੀਂ ਕਹੋਗੇ ਸਰ ਜੀ ਤਾਂ ਬਹੁਤ ਦੂਰ ਪਿਆ ਤਾਂ ਇਹਨੂੰ ਆਪਾਂ ਕੀ ਕਰ ਲਾਂਗੇ ਬੇਟੇ ਇਹਨੂੰ ਕਹਿੰਦੇ ਮਰਜ ਐਂਡ ਸੈਂਟਰ। ਜੋ ਆਪਾਂ ਕਿਸੇ 2 ਜਾਂ 3 ਸੈੱਲ ਨੂੰ ਜੋੜਨਾ ਹੋਵੇ ਤਾਂ ਇੱਥੇ ਆਪਸ਼ਨ ਹੁੰਦੀ ਹੈ ਮਰਜ ਐਂਡ ਸੈਂਟਰ ਤਾਂ ਮਰਜ ਐਂਡ ਸੈਂਟਰ ਕਰ ਲਾਂਗੇ ਬੇਟੇ। ਇਹਦੀ ਜਿਹੜੀ ਹੈਗੀ ਆਪਾਂ ਅਲਾਈਨਮੈਂਟ ਉਹ ਰਾਈਟ ਕਰ ਲਾਂਗੇ ਥੋੜਾ ਸੋਹਣਾ ਲੱਗੂਗਾ ਤੇ ਨਾਲ ਇਹਨੂੰ ਕੀ ਕਰ ਲਾਂਗੇ ਬਾਰਡਰ ਕਰ ਲਾਂਗੇ ਤਾਂ ਬਾਰਡਰ ਹੋ ਗਿਆ ਇਹ ਆਪਣਾ। ਠੀਕ ਹੈ ਜੀ ਇਹਨੂੰ ਆਪਾਂ ਪੂਰਾ ਹੀ ਬਾਰਡਰ ਕਰ ਲੈਣੇ ਆ ਥੋੜਾ ਜਿਹਾ ਹੋਰ ਵਧੀਆ ਲੱਗੂਗਾ ਤੇ ਇਹਨੂੰ ਆਲ ਬਾਰਡਰ ਕਰਕੇ ਰੱਖਣਾ ਹੈ। ਹੁਣ ਆਪਾਂ ਇਹਦੇ ਵਿੱਚ ਲਗਾਵਾਂਗੇ ਫਾਰਮੂਲਾ ਕਿਹੜਾ ਫਾਰਮੂਲਾ ਲਗਾਵਾਂਗੇ ਐਵਰੇਜ ਦਾ ਫਾਰਮੂਲਾ। ਹੁਣ ਬੱਚਿਆਂ ਨੂੰ ਜਿਨ੍ਹਾਂ ਨੂੰ ਐਵਰੇਜ ਦਾ ਫਾਰਮੂਲਾ ਆਉਂਦਾ ਹੋਊਗਾ ਰਾਜੇ ਉਹੀ ਲਗਾ ਸਕਦਾ ਹੈ। ਏਵੀਜੀ ਨਹੀਂ ਹੁੰਦਾ ਮੈਂ ਕਰਵਾਇਆ ਹੋਇਆ ਥਿਓਰੈਟੀਕਲ ਦੇ ਵਿੱਚ ਏਵੀਜੀ ਕੀ ਹੁੰਦਾ ਉੱਥੇ ਕੋਈ ਫਾਰਮੂਲਾ ਏਵੀਜੀ ਨਾਂ ਦਾ ਕੋਈ ਫਾਰਮੂਲਾ ਨਹੀਂ ਹੁੰਦਾ ਪੂਰਾ ਐਵਰੇਜ ਲਿਖਣਾ ਪੈਂਦਾ ਤਾਂ ਆਪਾਂ ਟੋਟਲ ਫਿਰ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੁਸੀਂ ਉੱਥੇ ਕੀ ਆ ਕੋਈ ਲਗਾਓਗੇ ਤਾਂ ਆਪਣੇ ਆਪ ਹੀ ਆ ਜਾਊਗਾ। ਮੈਂ ਇਹਦਾ ਸਾਈਜ਼ ਫਿਰ 20 ਕਰ ਲਵਾਂ ਬੇਟੇ ਥੋੜਾ ਸੋਹਣਾ ਲੱਗੂਗਾ। ਇਹਦੇ ਵਿੱਚ ਮੈਂ ਕੀ ਕਰੂੰਗਾ ਜੀ ਕੋਈ ਐਵਰੇਜ ਦਾ ਫਾਰਮੂਲਾ ਲਾਉਂਗਾ ਮੈਂ ਏ ਵੀ ਜਦੋਂ ਮੈਂ ਲਿਖੂੰਗਾ ਦੇਖੋ ਆਪਣੇ ਆਪ ਫਾਰਮੂਲਾ ਆ ਜਾਊਗਾ। ਜੇ ਤੁਹਾਨੂੰ ਨਹੀਂ ਵੀ ਪਤਾ ਤਾਂ ਧਿਆਨ ਨਾਲ ਦੇਖੋ ਆ ਗਿਆ ਐਵਰੇਜ ਦਾ ਫਾਰਮੂਲਾ ਇੱਥੇ ਮੈਂ ਡਬਲ ਕਲਿੱਕ ਕਰ ਦੂੰਗਾ ਫਾਰਮੂਲਾ ਆਪਣੇ ਆਪ ਇਨਸਰਟ ਹੋ ਜਾਊਗਾ। ਹੁਣ ਫਾਰਮੂਲਾ ਮੰਗ ਰਿਹਾ ਕਿਹੜੇ ਨੰਬਰਾਂ ਦੀ ਐਵਰੇਜ ਕੱਢਣੀ ਹੈ ਤਾਂ ਡਾਇਰੈਕਟ ਮੈਂ ਇਥੋਂ ਇਹਨੂੰ ਮਤਲਬ ਕੀ ਕਰੂੰਗਾ ਸਿਲੈਕਟ ਕਰ ਲੂੰਗਾ। ਸੌਖਾ ਕੰਮ ਸਭ ਤੋਂ ਇਹੀ ਹੈ ਡਾਇਰੈਕਟ ਸਿਲੈਕਟ ਕਰ ਲੂੰਗਾ। ਮੈਂ ਕੀ ਕਰੂੰਗਾ ਇਹਨਾਂ ਦੀ ਐਵਰੇਜ ਕੱਢਣੀ ਆ ਤਾਂ ਮੈਂ ਸਿਲੈਕਟ ਕਰ ਲਿਆ ਸਾਰਿਆਂ ਨੂੰ ਸਿਲੈਕਟ ਕਰ ਲਿਆ ਇਹਨੇ ਆਪਣੇ ਆਪ ਚੱਕ ਲਿਆ E2 ਤੋਂ ਲੈ ਕੇ E6 ਦੀ ਕੀ ਕਰਨੀ ਹੈ ਮੈਂ ਐਵਰੇਜ ਕੱਢਣੀ ਹੈ ਤਾਂ ਫਾਰਮੂਲਾ ਹੁਣ ਕੀ ਆਪਾਂ ਰਾਉਂਡ ਬ੍ਰੈਕਟ ਬੰਦ ਕਰ ਦੇਣੀ ਹੈ ਐਂਟਰ ਮਾਰਾਂਗੇ ਐਂਟਰ ਮਾਰਾਂਗੇ ਤਾਂ ਦੇਖੋ ਆਪਣੇ ਕੋਲ ਐਵਰੇਜ ਨਿਕਲ ਕੇ ਆ ਗਈ ਹੈ ਤਾਂ ਇਹ ਹੋ ਗਈ ਜੀ ਐਵਰੇਜ। ਠੀਕ ਹੈ ਜੀ ਤਾਂ ਐਵਰੇਜ ਕੱਢਣ ਦੇ ਬਹੁਤ ਤਰੀਕੇ ਆ ਅਗਰ ਇਸ ਤਰ੍ਹਾਂ ਨਹੀਂ ਕੱਢਣੀ ਤਾਂ ਹੋਰ ਤਰੀਕਾ ਦੱਸ ਦਿੰਦਾ। ਦੇਖੋ ਇਕੁਅਲ ਟੂ ਮੈਂ ਲਿਖਿਆ ਇੱਥੇ ਐਵਰੇਜ ਫਾਰਮੂਲਾ ਤਾਂ ਦੇਖੋ ਐਵਰੇਜ ਲਿਖਤਾ ਚਾਹੇ ਪਹਿਲਾ ਸੈੱਲ ਦਾ ਐਡਰੈਸ ਦੇ ਦਿਓ ਫਿਰ ਰੇਂਜ ਦੇ ਦਿਓ ਚਾਹੇ ਰੇਂਜ ਦੇ ਦਿਓ ਰੇਂਜ ਕੀ ਹੈ ਐਂਡ ਤੱਕ ਰੇਂਜ ਕੀ ਆ ਤਾਂ ਵੀ ਆਪਣਾ ਕੀ ਹੋਊਗਾ ਫਾਰਮੂਲਾ ਨਿਕਲ ਜੂਗਾ ਥੋੜਾ ਟਾਈਮ ਲੱਗੂਗਾ ਹੈ ਆਨਸਰ ਉਹੀ ਆਉਣਾ ਜਿਵੇਂ ਮਰਜ਼ੀ ਕਰ ਲਿਓ। ਤਾਂ ਇਹ ਐਵਰੇਜ ਕੱਢ ਲਈ ਆਪਾਂ ਇਹਨੂੰ ਚਾਹੇ ਆਪਾਂ ਸੈਂਟਰ 'ਚ ਕਰ ਦਿੰਦੇ ਆ। ਠੀਕ ਹੈ ਜੀ ਥੋੜਾ ਹੋਰ ਸੋਹਣਾ ਲੱਗੂਗਾ ਤੇ ਆ ਮੇਰੇ ਕੀ ਹੈ ਜੀ 4 ਕੁਐਸਚਨ ਹੋ ਗਏ ਮੇਰੇ 8 ਨੰਬਰ ਤਾਂ ਆ ਗਏ। ਇਹਦੇ ਵਿੱਚ ਕੋਈ ਡਰਨ ਦੀ ਜ਼ਰੂਰਤ ਹੀ ਨਹੀਂ ਸੀਗੀ। ਐਂਡ ਵਿੱਚ ਹੋਰ ਕੀ ਕਹਿੰਦਾ ਜਿਵੇਂ ਜਿਵੇਂ ਕਹੂਗਾ ਬੇਟੇ ਉਵੇਂ ਉਵੇਂ ਕਰਨਾ ਹੈ। ਐਂਡ ਵਿੱਚ ਕਹਿੰਦਾ ਜੀ ਆਲਸੋ ਸ਼ੋ ਦਾ ਮੈਕਸਿਮਮ ਮਾਰਕਸ obtained ਬਾਈ ਦਾ ਸਟੂਡੈਂਟਸ ਇਨ ਦਾ ਬੋਥ ਦਾ ਸਬਜੈਕਟ ਵੀ ਦੋਵਾਂ ਸਬਜੈਕਟ ਦੇ ਵਿੱਚੋਂ ਮੈਕਸਿਮਮ ਮਾਰਕਸ ਠੀਕ ਹੈ ਜੀ ਕਿਹੜੇ ਸਟੂਡੈਂਟ ਨੇ ਲਏ ਆ ਜਾਂ ਐਂ ਕਹ ਲਓ ਵੀ ਕਿੰਨੇ ਲਏ ਆ ਸਟੂਡੈਂਟ ਨੇ। ਠੀਕ ਹੈ ਤਾਂ ਆਪਣੇ ਟੋਟਲ ਮਾਰਕਸ ਕਿਹੜੇ ਆ ਦੋਵਾਂ ਸਬਜੈਕਟਾਂ ਨੂੰ ਜੋੜ ਕੇ ਮਾਰਕਸ ਜਿਹੜੇ ਬਣਦੇ ਆ ਆਹੀ ਬਣਦੇ ਆ ਤੇ ਆਪਾਂ ਇਹਨਾਂ ਵਿੱਚੋਂ ਮੈਕਸਿਮਮ ਮਾਰਕਸ ਕੱਢਣੇ ਆ। ਤਾਂ ਇੱਥੇ ਬੇਟੇ ਆਪਾਂ ਫੇਰ ਸੇਮ ਆਪਾਂ ਲਿਖ ਲਾਂਗੇ ਇੱਥੇ। ਠੀਕ ਹੈ ਜੀ ਫਾਰਮੂਲਾ ਲਿਖ ਲੈਣੇ ਆ ਆਪਾਂ ਲਿਖ ਲੈਣੇ ਆ ਜੀ ਮੈਕਸਿਮਮ ਮਾਰਕਸ ਠੀਕ ਹੈ ਜੀ obtained by student in both the subject। ਠੀਕ ਹੈ ਜੋ ਉਹਨਾਂ ਨੇ ਵਰਡਿੰਗ ਲਿਖੀ ਹੋਊਗੀ ਤੁਸੀਂ ਉਹ ਲਿਖ ਲਿਓ। ਠੀਕ ਹੈ ਜੀ ਸਬਜੈਕਟਸ ਠੀਕ ਹੈ ਜੀ ਤੇ ਆਪਾਂ ਇਸ ਲਿਖ ਲੈਣੇ ਇਕੁਅਲ ਟੂ। ਚਲੋ ਜੀ ਹੁਣ ਆਪਾਂ ਸੇਮ ਬੇਟੇ ਇਹਨੂੰ ਕੀ ਕਰਨਾ ਫਿਰ ਆਪਾਂ ਮਰਜ ਐਂਡ ਸੈਂਟਰ ਕਰ ਦੇਣਾ ਸਾਰੇ ਨੂੰ ਕੀ ਕਰਨਾ ਮਰਜ ਐਂਡ ਸੈਂਟਰ ਕਰਕੇ ਆਪਾਂ ਕੀ ਕਰਾਂਗੇ ਇਹਨੂੰ
ਆਲ ਬਾਰਡਰ ਕਰ ਦਾਂਗੇ। ਠੀਕ ਹੈ ਜੀ, ਆਲ ਬਾਰਡਰ ਕਰ ਦਾਂਗੇ ਤੇ ਇਹਨੂੰ ਆਪਾਂ ਕਰ ਦਾਂਗੇ ਜੀ ਰਾਈਟ ਹੈਂਡ ਸਾਈਡ, ਥੋੜਾ ਸੋਹਣਾ ਲੱਗੂਗਾ। ਤੇ ਇਹਨੂੰ ਵੀ ਕਰ ਲਾਂਗੇ ਆਪਾਂ ਬਾਰਡਰ ਕਰ ਲਾਂਗੇ ਬੇਟਾ। ਬਾਰਡਰ ਕਰਨ ਤੋਂ ਬਾਅਦ ਇੱਥੇ ਆਪਾਂ ਜਿਹੜਾ ਸਾਈਜ਼ ਹੈਗਾ 20 ਕਰ ਦਾਂਗੇ। ਠੀਕ ਹੈ, ਕਿਉਂਕਿ ਸਾਰੇ ਸਾਈਜ਼ ਆਪਾਂ ਕੀਤਾ 20 ਕੀਤਾ, ਉਹਨਾਂ ਨੇ ਕਿਹਾ ਬਾਕੀ ਸਾਰਿਆਂ 20 ਹੋਣਾ ਚਾਹੀਦਾ ਹੈ। ਹੁਣ ਆਪਾਂ ਮਾਰਕਸ ਮੈਕਸਿਮਮ ਮਾਰਕਸ ਕੱਢਣੇ ਆ। ਤਾਂ ਮੈਕਸਿਮਮ ਮਾਰਕਸ ਆਪਾਂ ਕਿਹਦੇ ਕੱਢਣੇ ਆ, ਰੇਂਜ ਕਿਹੜੀ ਆਪਣੀ ਆਹ ਵਾਲੀ ਰੇਂਜ ਹੈ। ਤਾਂ ਮੈਕਸਿਮਮ ਕੱਢਣ ਵਾਸਤੇ ਫਾਰਮੂਲਾ ਹੁੰਦਾ ਰਾਜੇ ਇਕੁਅਲ ਟੂ ਮੈਕਸ, MA ਲਿਖੋਗੇ X ਲਿਖੋਗੇ ਆਪਣੇ ਆਪ ਹੀ ਆ ਜਾਊਗਾ। ਦੇਖੋ ਡਬਲ ਕਲਿੱਕ ਕਰੋਗੇ ਫਾਰਮੂਲਾ ਆ ਜਾਊਗਾ। ਹੁਣ ਤੁਸੀਂ ਕੀ ਕਰਨਾ, ਰੇਂਜ ਸਿਲੈਕਟ ਕਰ ਲੈਣੀ ਆ। ਧਿਆਨ ਰੱਖਣਾ ਥੱਲੇ ਐਵਰੇਜ ਆ, ਬਸ ਆਹੀ ਮਾਰਕਸ ਨੇ ਤੁਹਾਡੇ। ਆਹ ਮਾਰਕਸ ਆ ਗਏ, ਇੱਥੇ ਕੀ ਆ ਜੀ ਬ੍ਰੈਕਟ ਬੰਦ ਕਰੋਗੇ ਤਾਂ ਐਂਟਰ ਕਰੋਗੇ ਤਾਂ ਮੈਕਸਿਮਮ ਮਾਰਕਸ ਆ ਗਏ। ਹੁਣ ਤੁਸੀਂ ਆਪ ਦੇਖ ਲਓ ਉੱਥੇ ਮੈਕਸਿਮਮ ਮਾਰਕਸ ਕਿੰਨੇ ਆਏ ਆ ਸਭ ਤੋਂ। ਤਾਂ ਦੇਖੋ 155 163 116 167 140, ਤਾਂ ਮੈਕਸਿਮਮ ਕਿੰਨਾ ਬਣਦਾ 167। ਤਾਂ ਤੁਹਾਡਾ ਕੀ ਹੋ ਗਿਆ ਜੀ, ਆਹ ਦੇਖੋ ਤੁਹਾਡੇ 10 ਨੰਬਰ ਆ ਗਏ ਹੈ। ਹੁਣ ਤੁਸੀਂ ਚੈੱਕ ਕਰ ਸਕਦੇ ਹੋ, ਦੇਖੋ ਧਿਆਨ ਨਾਲ। ਪਹਿਲਾ ਕੁਐਸਚਨ ਕੀ ਕਿਹਾ ਸੀ ਉਹਨੇ, ਡਰਾ ਕਰਨਾ ਸੀ ਟੇਬਲ ਤੇ ਸਾਰੇ ਜਿਹੜੇ ਟੈਕਸਟ ਸਾਈਜ਼ ਉਹਦਾ ਸਾਈਜ਼ 20 ਹੋਵੇ ਤੇ ਫਾਉਂਟ ਫੇਸ ਕੈਲੀਬਰੀ ਹੋਵੇ। ਤਾਂ ਆਪਾਂ ਕਰ ਲਿਆ ਬੇਟੇ। ਦੇਖੋ ਆ ਸਾਰਾ ਜਿੰਨਾ ਵੀ ਹੈਗਾ ਜਾਂ 20 ਸਾਈਜ਼ ਹੈ, ਆ ਦੇਖੋ ਆਪਣੇ ਆਪ ਆ ਗਿਆ ਨਾ 20। ਹੁਣ ਉੱਪਰ ਵਾਲੀ ਰੋ ਦਾ ਉਹਨੇ 22 ਕਿਹਾ ਸੀਗਾ, ਤੁਸੀਂ ਇਹਨੂੰ ਸਿਲੈਕਟ ਕਰਕੇ ਦੇਖ ਲਓ ਆਪਣੇ ਆਪ 22 ਕਹਿ ਦੂਗਾ ਇਹਦਾ। ਤਾਂ 22 ਆ ਰਿਹਾ, ਦੇਖੋ ਨਾਲ ਬੋਲਡ ਵੀ ਆ ਰਿਹਾ। ਤਾਂ ਕਹਿਣ ਦਾ ਭਾਵ ਇਸ ਤਰ੍ਹਾਂ ਤੁਸੀਂ ਚੈੱਕ ਕਰ ਲੈਣਾ। ਹੁਣ ਮੈਕਸਿਮਮ ਮਾਰਕਸ ਦਾ ਫਾਰਮੂਲਾ ਚੈੱਕ ਕਰਨਾ, ਤਾਂ ਡਬਲ ਕਲਿੱਕ ਕਰ ਲਓਗੇ ਤਾਂ ਫਾਰਮੂਲਾ ਵੀ ਆ ਜਾਊਗਾ। ਦੇਖੋ ਫਾਰਮੂਲਾ ਲੱਗਿਆ ਹੋਇਆ ਆਪਣਾ ਇੱਥੇ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਤਾਂ ਆ ਤੁਹਾਡਾ ਹੈਗਾ ਜੀ ਐਕਸਲ। ਇਹ ਅੱਜ ਮੈਂ ਕਰਾਇਆ ਬਿਲਕੁਲ ਬੇਸਿਕ ਕਰਵਾਇਆ। ਵੈਸੇ ਮੈਂ ਤੁਹਾਨੂੰ ਗਰੰਟੀ ਦਿੰਦਾ ਅੱਜ ਤੱਕ ਕੋਈ ਚੀਜ਼ ਗਲਤ ਨਹੀਂ ਹੋਈ। ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ, ਪ੍ਰਮਾਤਮਾ ਦੀ ਕਿਰਪਾ ਹੈ। ਚਲੋ ਆਪਾਂ ਕੋਈ ਨੀਤ ਸਾਫ਼ ਰੱਖ ਕੇ ਬੱਚਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੀਦੀ ਆ। ਤੁਹਾਨੂੰ ਬਿਲਕੁਲ ਇਸ ਤਰ੍ਹਾਂ ਦਾ ਹੀ ਆਊਗਾ, ਪਰ ਮੇਰੀ ਕੋਸ਼ਿਸ਼ ਆ ਵੀ ਤੁਹਾਨੂੰ ਹੋਰ ਟਫ ਕਰਾਇਆ ਜਾਵੇ। ਆਪਾਂ ਇੱਥੇ 5-7 ਕਲਾਸਾਂ ਲਾ ਲਾਂਗੇ। ਤੇ ਹੁਣ ਟੈਸਟ 2 ਜਿਹੜਾ ਹੈਗਾ ਉਹ ਤੁਸੀਂ ਆਪਣੇ ਆਪ ਟਰਾਈ ਕਰਨਾ। ਉਹ ਸ਼ਾਮ ਨੂੰ ਕਲਾਸ ਹੋਊਗੀ ਜਾਂ ਫਿਰ ਆਪਾਂ ਕੱਲ ਲਾਈਵ ਕਲਾਸ ਲਾ ਲਾਂਗੇ। ਠੀਕ ਆ, ਹੁਣ ਟੈਸਟ 2 ਤੁਸੀਂ ਕਰਨਾ ਕੀ ਹੈ ਬੇਟੇ, ਜਿਨ੍ਹਾਂ ਕੋਲ ਤਾਂ ਕੰਪਿਊਟਰ ਹੈਗਾ ਵੈਲ ਐਂਡ ਗੁੱਡ ਹੈ। ਜੇ ਨਹੀਂ ਹੈਗਾ, ਜਿੱਥੇ ਤੁਸੀਂ ਸੈਂਟਰ ਵਿੱਚ ਜਾਂਦੇ ਹੋ ਟਾਈਪਿੰਗ ਵਗੈਰਾ ਵਾਸਤੇ, ਉੱਥੇ ਕਰਕੇ ਦੇਖ ਲਿਓ। ਜੇ ਕੰਪਿਊਟਰ ਨਾ ਹੋਇਆ ਫਿਰ ਤੁਸੀਂ ਧਿਆਨ ਨਾਲ ਵੀਡੀਓ ਦੇਖ ਲਿਓ, ਮੈਂ ਕੱਲ ਕਰਕੇ ਦਿਖਾਊਂਗਾ। ਤੇ ਮੈਂ ਇਹ ਟੈਲੀਗ੍ਰਾਮ ਦੇ ਗਰੁੱਪ ਦੇ ਵਿੱਚ ਪਾ ਦੂੰਗਾ। ਠੀਕ ਹੈ, ਟੈਲੀਗ੍ਰਾਮ ਗਰੁੱਪ 'ਚ ਪਾ ਦੂੰਗਾ ਤੁਹਾਨੂੰ ਜਿਹੜਾ ਮੈਂ ਟੈਸਟ ਦੇ ਰਿਹਾ। ਹੁਣ ਟੈਸਟ 2 ਕਰਨਾ ਕੀ ਹੈ ਬੇਟੇ, ਮੈਂ ਹੁਣ ਚੱਲਦਾ ਜੀ ਆਪਣੀ ਸਕਰੀਨ ਦੇ ਉੱਤੇ। ਟੈਸਟ 2 ਦੇ ਵਿੱਚ ਬੇਟਾ ਤੁਸੀਂ ਕੀ ਕਰਨਾ, ਹੁਣ ਮੈਨੂੰ ਟੈਸਟ 2 ਕਰਕੇ ਦਿਖਾਉਣਾ ਹੈ। ਟੈਸਟ 2 ਦੇ ਵਿੱਚ ਕੀ ਹੈ, ਸੇਮ ਜਿਵੇਂ ਮੈਂ ਟੈਸਟ 1 ਕਰਵਾਇਆ, ਇਹ ਟੈਸਟ 2 ਹੈ। ਹੁਣ ਤੁਸੀਂ ਟੈਸਟ 2 ਦੇ ਵਿੱਚ ਕਰਨਾ ਕੀ ਹੈ ਬੇਟੇ, ਆਹ ਟੇਬਲ ਕ੍ਰੀਏਟ ਕਰਨਾ ਹੈ। ਕਿਹੜਾ ਟੇਬਲ ਕ੍ਰੀਏਟ ਕਰਨਾ ਹੈ, ਸੀਰੀਅਲ ਨੰਬਰ ਨੇ, ਆਈਟਮ, ਬ੍ਰਾਂਡ, ਪ੍ਰਾਈਸ। ਤਾਂ ਸੇਮ ਮੈਂ 4 ਜਿਹੜੀਆਂ ਆਈਟਮਸ ਲਾਈਆਂ ਹੋਈਆਂ, ਟੀਵੀ, ਲੈਪਟਾਪ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ, ਬ੍ਰਾਂਡ ਲਾਏ ਹੋਏ ਆ ਸੋਨੀ, ਡੈਲ, IFB, ਸੈਮਸੰਗ, ਇਹਨਾਂ ਦਾ ਪ੍ਰਾਈਸ ਹੈ। ਹੁਣ ਜਿਵੇਂ ਜਿਵੇਂ ਕਹੀ ਜਾਊਗਾ ਬੇਟੇ ਤੁਸੀਂ, ਮੈਂ ਤੁਹਾਨੂੰ ਉਸ ਤਰ੍ਹਾਂ ਨੰਬਰ ਦਊਂਗਾ। ਠੀਕ ਹੈ, ਤੁਸੀਂ ਆਪਣੇ ਆਪ ਚੈੱਕ ਕਰ ਲਿਓ ਜਦੋਂ ਮੈਂ ਕੱਲ ਕਰਵਾਉਂਗਾ ਵੀ ਤੁਸੀਂ ਠੀਕ ਕੀਤਾ ਜਾਂ ਗਲਤ ਕੀਤਾ। ਹੁਣ ਮੈਂ ਕਿਹਾ ਵੀ ਇਹ ਟੇਬਲ ਐਕਸਲ ਸ਼ੀਟ ਤੇ ਬਣਾਓ। ਫਾਰਮੈਟ ਕੀ ਕਰੋ, ਟੈਕਸਟ ਦਾ ਸਾਈਜ਼ 18 ਰੱਖ ਦਿਓ, ਫਾਉਂਟ ਫੇਸ ਕੈਲੀਬਰੀ ਰੱਖ ਦਿਓ। ਠੀਕ ਹੈ ਜੀ, ਟਾਈਟਲ ਰੋ ਨੂੰ ਕੀ ਕਰ ਦਿਓ, ਬੋਲਡ ਕਰ ਦਿਓ, ਸਾਈਜ਼ 20 ਰੱਖ ਦਿਓ। ਪਹਿਲਾ ਕੁਐਸਚਨ ਜੇ ਕਰ ਲਓਗੇ ਤਾਂ ਤੁਹਾਡੇ 2 ਨੰਬਰ ਆ ਜਾਣਗੇ। ਦੂਜਾ ਕੁਐਸਚਨ ਮੈਂ ਕੀ ਕਿਹਾ ਵੀ ਇਨਸਰਟ ਕਰੋ ਇੱਕ ਕਾਲਮ ਟੈਕਸਟ ਦਾ। ਜਿਵੇਂ ਆਪਾਂ ਉੱਥੇ ਟੋਟਲ ਦਾ ਕੀਤਾ ਸੀ, ਇੱਥੇ ਤੁਸੀਂ ਟੈਕਸਟ ਦਾ ਇੱਕ ਕੀ ਕਰਨਾ, ਕਾਲਮ ਕ੍ਰੀਏਟ ਕਰਨਾ ਤੇ ਟੈਕਸਟ ਲਗਾਉਣਾ 10% ਆਫ ਪ੍ਰਾਈਸ। ਇਹਦਾ 10% ਜਿਹੜਾ ਹੋਊਗਾ ਕੱਢ ਕੇ ਉਹ ਕੀ ਬਣਨਾ, ਤੁਸੀਂ ਟੈਕਸਟ ਲਿਖਣਾ ਇੱਥੇ। 10% ਕੱਢਣ ਦਾ ਫਾਰਮੂਲਾ ਤੁਹਾਨੂੰ ਲਾਉਣਾ ਪਊਗਾ। ਜੇ ਨਹੀਂ ਆਉਂਦਾ ਹੋਇਆ ਕੱਲ ਕਰ ਲਾਂਗੇ, ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਕਹਿਣ ਦਾ ਭਾਵ ਕਿ ਡਾਇਰੈਕਟ ਤੁਸੀਂ ਨਹੀਂ ਲਿਖ ਸਕਦੇਗੇ। ਜਿਵੇਂ ਤੁਸੀਂ ਤੁਹਾਨੂੰ ਮੈਥ ਆਉਂਦਾ, ਮੈਨੂੰ ਪਤਾ ਤੁਸੀਂ ਮੈਥ 'ਚ ਬਹੁਤ ਐਕਸਪਰਟ ਹੋ, ਤੁਸੀਂ ਕੀ ਕਰਨਾ ਇੱਥੇ ਸਿੱਧਾ ਲਿਖ ਲੈਣਾ, ਤੁਸੀਂ ਲਿਖ ਲੈਣਾ 2500, ਕਿਉਂਕਿ ਇੱਕ 0 ਹਟ ਜਾਂਦੀ 10% ਨਾਲ। ਪਰ ਡਾਇਰੈਕਟ ਨਹੀਂ ਲਿਖ ਸਕਦੇ, ਵਿਦ ਫਾਰਮੂਲਾ ਲਿਖਣਾ। ਮੈਂ ਤੁਹਾਨੂੰ ਕਹਿਤਾ, ਠੀਕ ਹੈ, ਵਿਦ ਫਾਰਮੂਲਾ ਲਿਖਣਾ। ਤੇ ਇਸ ਤੋਂ ਬਾਅਦ ਅਗਲਾ ਕੰਮ ਕੀ ਕਰਨਾ, ਕਹਿੰਦਾ ਜੀ ਫਾਈਂਡ ਦਾ ਟੋਟਲ ਕਾਸਟ। ਕਾਸਟ ਕੱਢਣੀ ਹੈ, ਕਿਵੇਂ ਕੱਢਣੀ ਹੈ ਬੇਟੇ, ਟੋਟਲ ਕਾਸਟ ਪ੍ਰਾਈਸ ਪਲੱਸ ਟੈਕਸ। ਤਾਂ ਇੱਥੇ ਤੁਸੀਂ ਕੀ ਕਰਨਾ ਬੇਟੇ, ਅਗਲਾ ਕਾਲਮ ਤੁਸੀਂ ਕਾਸਟ ਦਾ ਕਰੋਗੇ, ਪ੍ਰਾਈਸ ਜਿੰਨਾ ਹੋਊਗਾ ਪਲੱਸ ਜਿੰਨਾ ਟੈਕਸ ਆਊਗਾ ਉਹਨੂੰ ਜੋੜ ਦੇਣਾ ਹੈ। ਸਮ ਫਾਰਮੂਲੇ ਨਾਲ ਜੋੜ ਦਿਓ ਤਾਂ ਤੁਹਾਡਾ 3rd ਕੁਐਸਚਨ ਹੋ ਜਾਊਗਾ। 4th ਵਿੱਚ ਕਰਨਾ ਜੀ ਫਾਈਂਡ ਆਫ ਟੋਟਲ ਕਾਸਟ। ਤੇ ਜਿੰਨੀ ਕਾਸਟ ਆਊਗੀ ਬੇਟਾ ਤੁਹਾਡੀ ਆਹ ਜਿਹੜੀ ਇੱਥੇ ਕਾਸਟ ਕਾਲਮ ਹੋਊਗਾ ਉਹਦਾ ਟੋਟਲ ਕੱਢ ਲੈਣਾ। ਠੀਕ ਹੈ, ਟੋਟਲ ਕੱਢਣ ਤੋਂ ਬਾਅਦ ਕੀ ਕਰਨਾ, ਕਹਿੰਦਾ ਮਿਨੀਮਮ ਪ੍ਰਾਈਸ। ਜਿਵੇਂ ਆਪਾਂ ਉੱਥੇ ਮੈਕਸਿਮਮ ਕੱਢਿਆ, ਇੱਥੇ ਮਿਨੀਮਮ ਪ੍ਰਾਈਸ ਕੱਢਣਾ ਹੈ। ਤਾਂ ਇਸ ਤਰ੍ਹਾਂ ਤੁਸੀਂ ਕਰਨਾ ਹੈ। ਦੇਖਦੇ ਹਾਂ ਤੁਸੀਂ ਕਿੰਨਾ ਤੁਹਾਨੂੰ ਸਮਝ ਆਇਆ ਹੈ। ਬਾਕੀ ਤੁਸੀਂ ਕਮੈਂਟ ਕਰਿਓ ਵੱਧ ਤੋਂ ਵੱਧ। ਲਾਈਵ ਲਾਵਾਂਗੇ, ਲਾਈਵ ਅੱਜ ਮੈਂ ਤਾਂ ਨਹੀਂ ਲਾਇਆ ਕਿਉਂਕਿ ਪਹਿਲੀ ਕਲਾਸ ਸੀਗੀ। ਜੇ ਲਾਈਵ ਲਾਉਂਦੇ ਆਪਾਂ ਗੱਲਾਂ ਬਾਤਾਂ 'ਚ ਰਹਿ ਜਾਣਾ ਸੀਗਾ। ਤੇ ਕੱਲ ਕਰਾਂਗੇ ਗੱਲਾਂ ਬਾਤਾਂ, ਸ਼ਾਇਦ ਮੈਂ ਅੱਜ ਸ਼ਾਮ ਤੱਕ ਕਲਾਸ ਲਾ ਦੇਵਾਂ। ਮੈਂ ਤੁਹਾਨੂੰ 2-4 ਘੰਟੇ ਪਹਿਲਾਂ ਸ਼ਡਿਊਲ ਕਰਕੇ ਦੱਸੂਗਾ ਵੀ ਕਲਾਸ ਕਦੋਂ ਹੋਊਗੀ। ਬਸ ਕੰਮ ਕਿੰਨਾ ਕੁ ਕਰਨਾ ਬੇਟੇ, ਲਾਈਕ ਵਾਲਾ ਬਟਨ ਖਿੱਚ ਦਿਓ, ਕੰਮ ਨੂੰ ਲਾਈਕ ਵੱਧ ਤੋਂ ਵੱਧ ਕਰਿਓ। ਕਮੈਂਟ ਆਪਣੀ ਸਾਰੀ ਕੁਐਰੀਜ਼ ਕਰ ਸਕਦੇ ਹੋ, ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਹਰੇਕ ਬੱਚੇ ਤੱਕ ਇਹ ਵੀਡੀਓ ਪਹੁੰਚ ਸਕੇ। ਸਬਸਕ੍ਰਾਈਬ ਵੀ ਜਰੂਰ ਕਰਿਓ ਚੈਨਲ ਨੂੰ। ਬਾਕੀ ਮਿਹਨਤਾਂ ਕਰਦੇ ਰਹੋ, ਪਰਮਾਤਮਾ ਕਿਰਪਾ ਕਰੂਗਾ ਬੇਟਾ ਸਾਰਿਆਂ ਤੇ। ਪਰਮਾਤਮਾ ਤੁਹਾਨੂੰ ਸਫਲਤਾ ਬਖਸ਼ੇ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।